ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਗੰਗਾ ਕੇ ਬਾਕ ਸੁਨ ਬ੍ਰਿਧ ਭਾਈ ਗੁਰਦਾਸ। ਲਖ ਹੈ ਭਵਿੱਖਿਅਤ ਸਕਲ ਗਾਤ ਬੋਲੇ ਕਰਤ ਪ੍ਰਕਾਸ਼। ਸ਼੍ਰੀ ਗੰਗਾ ਕੇ ਬਾਕ ਸੁਨ ਬ੍ਰਿਧ ਭਾਈ ਗੁਰਦਾਸ। ਲਖ ਹੈ ਭਵਿੱਖਿਅਤ ਸਗਲ ਗਤ ਬੋਲੇ ਕਰਤ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਊਚ ਅਪਾਰ ਬੇਅੰਤ ਸੁਆਮੀ। ਹਾਜ਼ਰਾ ਹਜੂਰ ਜਹਰਾ ਜਹੂਰ। ਨੇਚਲ ਚੌਰ ਛਤਰ ਤਖਤ ਕੇ ਮਾਲਕ।
ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤਾਂ ਦਇਆ ਦੇ ਸਦਕਾ ਆਪ ਜੀ ਨਿਤਾ ਪ੍ਰਤੀ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਲੜੀਵਾਰ ਰੂਪ ਅੰਦਰ ਚੱਲ ਰਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ, ਜਿਸ ਵਿੱਚ ਧੰਨ ਧੰਨ ਚੋਜੀ ਪਾਤਸ਼ਾਹ ਮੀਰੀ ਪੀਰੀ ਦਾਤੇ ਬੰਦੀ ਛੋੜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਜੀਵਨ ਇਤਿਹਾਸ ਆਪਾਂ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਬਣਾਉਂਦੇ ਹਾਂ। ਕੱਲ ਦੇ ਦੀਵਾਨ ਅੰਦਰ ਜਥਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ ਜੀ ਕਿ ਬਾਦਸ਼ਾਹ ਜਹਾਂਗੀਰ ਵੱਲੋਂ ਇੱਕ ਵਜ਼ੀਰ ਖਾਨ ਨਾਮ ਦਾ ਕੋਈ ਅਹੁਦੇਦਾਰ ਔਰ ਇੱਕ ਕਿੰਚਤ ਬੇਗੇ ਦੋ ਜਣੇ ਕੁਝ ਫੌਜ ਦੇ ਕੇ ਅੰਮ੍ਰਿਤਸਰ ਸਾਹਿਬ ਭੇਜੇ ਗਏ ਸਨ, ਇਸ ਲਈ ਕਿ ਸਾਡੇ ਪਾਸ ਗੁਰੂ ਹਰਗੋਬਿੰਦ ਸਾਹਿਬ ਦੀ ਬਾਬਤ ਚੰਦੂ ਦੁਆਰਾ ਬੜੀਆਂ ਸ਼ਿਕਾਇਤਾਂ ਆ ਰਹੀਆਂ। ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰੀ ਉਹ ਇੱਥੇ ਆਉਣ, ਦਿੱਲੀ ਗੁਰੂ ਹਰਗੋਬਿੰਦ ਸਾਹਿਬ ਤੇ ਆਮੋ ਸਾਹਮਣੇ ਬੈਠ ਕੇ ਗੱਲ ਕੀਤੀ ਜਾਵੇ। ਉਹਨਾਂ ਨੂੰ ਬੜੇ ਸਤਿਕਾਰ ਪ੍ਰੇਮ ਦੇ ਨਾਲ ਦਿੱਲੀ ਲਿਆਂਦਾ ਜਾਵੇ। ਕੁਝ ਭੇਟਾਵਾਂ ਦੇ ਕਰਕੇ ਬਾਦਸ਼ਾਹ ਨੇ ਇਹ ਦੋ ਮਨੁੱਖ ਆਪਣੇ ਅੰਮ੍ਰਿਤਸਰ ਸਾਹਿਬ ਰਵਾਨਾ ਕੀਤੇ। ਇਹਨਾਂ ਆਣ ਡੇਰੇ ਪਾਏ ਅੰਮ੍ਰਿਤਸਰ ਸਾਹਿਬ ਔਰ ਸਿੱਖਾਂ ਰਾਹੀਂ ਮਹਾਰਾਜ ਨੂੰ ਖਬਰ ਕੀਤੀ ਗਈ, ਹਜ਼ੂਰ ਦਾ ਹੁਕਮ ਹੋਇਆ ਕਿ ਇੱਕ ਰਾਤ ਰੁਕੋ ਤੇ ਕੱਲ੍ਹ ਨੂੰ ਮੇਲ ਮਿਲਾਪ ਕਰਾਂਗੇ, ਗੱਲਬਾਤ ਕਰਾਂਗੇ। ਅਗਲਾ ਦਿਨ ਚੜ੍ਹਿਆ ਤੇ ਸੰਧਿਆ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਸੱਦਾ ਭਜਵਾਇਆ ਵੀ ਵਜ਼ੀਰ ਖਾਨ ਨੂੰ ਆਖੋ ਵੀ ਹੁਣ ਸਮਾਂ ਤੇ ਆ ਕੇ ਮਿਲ ਸਕਦਾ ਹੈ, ਆ ਕੇ ਦੱਸੇ ਵੀ ਕਿਸ ਕਾਰਨ ਕਰਕੇ ਪਹੁੰਚਿਆ ਹੈ। ਵਜ਼ੀਰ ਖਾਨ ਬੜੇ ਪ੍ਰੇਮ ਉਤਸ਼ਾਹ ਸ਼ਰਧਾ ਧਾਰਦਾ ਹੋਇਆ ਆਪਣੀ ਥੋੜ੍ਹੀ ਜਿਹੀ ਫੌਜ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਸਤਿਗੁਰਾਂ ਦੇ ਮਹਾਨ ਪ੍ਰਤਾਪ ਭਰੇ ਚਿਹਰੇ ਨੂੰ ਵੇਖ ਕੇ ਬੜਾ ਆਨੰਦ ਪ੍ਰਾਪਤ ਹੋਇਆ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਤੋਂ ਇਹ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਵਜ਼ੀਰ ਖਾਂ। ਮਹਾਰਾਜ ਨੇ ਜਥਾਯੋਗ ਜਗ੍ਹਾ ਦੇ ਕੇ ਬਿਠਾਉਣਾ ਕੀਤਾ। ਫਿਰ ਪੁੱਛਿਆ ਗਿਆ ਕਿ ਦੱਸੋ ਵਜ਼ੀਰ ਖਾਂ ਕਿਸ ਕੰਮ ਆਏ ਹੋ, ਕੀ ਲੋੜ ਪੈ ਗਈ ਇੱਥੇ ਆਉਣ ਦੀ। ਉਹਨਾਂ ਆਖਿਆ ਕਿ ਸਾਨੂੰ ਬਾਦਸ਼ਾਹ ਨੇ ਭੇਜਿਆ ਮਹਾਰਾਜ ਤੁਹਾਡੇ ਪਾਸ, ਦਿੱਲੀ ਦੇ ਤਖਤ ਦਾ ਬਾਦਸ਼ਾਹ ਜਹਾਂਗੀਰ ਤੁਹਾਡੇ ਦਰਸ਼ਨ ਚਾਹੁੰਦਾ ਹੈ ਤੇ ਸਾਨੂੰ ਉਹਨਾਂ ਨੇ ਆਖਿਆ ਵੀ ਬੜੇ ਸਤਿਕਾਰ ਪ੍ਰੇਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਲਿਆਂਦਾ ਜਾਵੇ, ਉਹਨਾਂ ਦੀ ਮਰਜ਼ੀ ਅਨੁਸਾਰ ਤੋਂ ਬੇਨਤੀ ਲੈ ਕੇ ਆਏ ਹਾਂ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਕੇ ਕਹਿੰਦੇ ਸਾਡੇ ਦਰਸ਼ਨ ਕਰਨੇ ਆ, ਬਾਦਸ਼ਾਹ ਨੇ ਤਾਂ ਸੱਦਿਆ ਜਿਵੇਂ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਨੂੰ ਸੱਦਿਆ ਸੀ ਦਿੱਲੀ ਲਾਹੌਰ। ਵਿਅੰਗਮਈ ਤਰੀਕੇ ਨਾਲ ਮਹਾਰਾਜ ਨੇ ਜਣਾ ਦਿੱਤਾ ਕਿ ਇਹ ਬਾਦਸ਼ਾਹ ਲੋਕਾਂ ਦੇ ਘਰ ਵਿੱਚ ਨਿਆਂ ਪੱਖੋਂ ਹਨੇਰ ਹੀ ਹੁੰਦਾ। ਤੋ ਸਾਡੇ ਪਿਤਾ ਜੀ ਨੂੰ ਵੀ ਸੱਦਿਆ ਸੀ ਇਹਨਾਂ ਨੇ ਲਾਹੌਰ, ਤੇ ਕੀ ਵੇਖੋ ਬਾਅਦ ਵਿੱਚ ਸ਼ਹੀਦੀ ਹੋਈ, ਕਿੰਨੇ ਤਸੀਹੇ ਦਿੱਤੇ ਗਏ। ਸਾਨੂੰ ਇਹਨਾਂ 'ਤੇ ਭਰੋਸਾ ਨਹੀਂ,
ਫਿਰ ਵਜ਼ੀਰ ਖਾਂ ਕਹਿੰਦਾ ਨਹੀਂ ਪਾਤਸ਼ਾਹ, ਗੱਲ ਦਰਅਸਲ ਇਹ ਹੈ ਕਿ ਚੰਦੂ ਤੁਹਾਡੀਆਂ ਬਹੁਤੀਆਂ ਚੁਗਲੀਆਂ ਹੁਣ ਬਾਦਸ਼ਾਹ ਕੋਲ ਕਰਦਾ ਹੈ, ਤੇ ਬਾਦਸ਼ਾਹ ਨੇ ਤਾਂ ਹੀ ਭੇਜਿਆ ਵੀ ਕੀ ਆ, ਚੰਦੂ ਦੀ ਹਰ ਗੱਲ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਇੱਕ ਵਾਰੀ ਹਰਗੋਬਿੰਦ ਸਾਹਿਬ ਨੂੰ ਮਿਲ ਕੇ ਪਤਾ ਕੀਤਾ ਜਾਵੇ ਵੀ ਜੋ ਚੰਦੂ ਕਹਿੰਦਾ ਸੱਚ ਹੈ। ਇਸ ਲਈ ਮਹਾਰਾਜ ਮੇਰੀ ਵੀ ਇਹ ਸਲਾਹ ਆ ਵੀ ਤੁਹਾਨੂੰ ਜਾਣਾ ਚਾਹੀਦਾ। ਬਾਕੀ ਤੁਸੀਂ ਭੂਤ ਭਵਿੱਖ ਦੇ ਗਿਆਤੇ ਹੋ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੈਣਾ। ਤੇ ਨਾਲੇ ਵੀ ਕਹਿ ਦਿੱਤਾ ਵੀ ਜੇ ਬਦਲਾ ਲੈਣਾ ਹੈ ਤੇ ਤੁਹਾਨੂੰ ਦਿੱਲੀ ਜਾਣਾ ਪਵੇਗਾ। ਉਸ ਤਰ੍ਹਾਂ ਤੁਸੀਂ ਘਰ ਇੱਥੇ ਬੈਠੇ ਰਹੋ, ਚੰਦੂ ਆਪਦੇ ਘਰ ਬੈਠਾ ਹੈ, ਉਦਮ ਤਾਂ ਕਰਨਾ ਪੈਂਦਾ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਖਿਆ ਕੱਲ੍ਹ ਨੂੰ ਤੈਨੂੰ ਇਸ ਗੱਲ ਦਾ ਜਵਾਬ ਦਿਆਂਗੇ, ਅੱਜ ਇੱਕ ਰਾਤ ਹੋਰ ਇੱਥੇ ਆਨੰਦ ਮਾਣੋ, ਦਰਸ਼ਨ ਮੇਲੇ ਕਰੋ। ਰਾਤ ਪਈ ਤੋਂ ਸੱਚੇ ਪਾਤਸ਼ਾਹ ਜੀ ਆਪਣੇ ਘਰ ਗੁਰੂ ਕੇ ਮਹਿਲ ਆਏ। ਮਾਤਾ ਗੰਗਾ ਜੀ ਦੇ ਪਾਸ ਬਹਿ ਕੇ ਸਾਰੀ ਗੱਲ ਦੱਸੀ ਵੀ ਮਾਤਾ, ਦੋ ਮਨੁੱਖ ਵਜ਼ੀਰ ਖਾਂ ਕਿੰਚਿਤ ਬੇਗ ਆਏ ਹੈ, ਬਾਦਸ਼ਾਹ ਦਾ ਸੱਦਾ ਲੈ ਕੇ ਸਾਨੂੰ ਬਾਦਸ਼ਾਹ ਨੇ ਦਿੱਲੀ ਬੁਲਾਇਆ। ਤੇ ਮਾਤਾ ਗੰਗਾ ਜੀ ਆਓ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸਾਰਾ ਪ੍ਰਸੰਗ ਯਾਦ ਕੀਤਾ ਵੀ ਇਹ ਜ਼ਾਲਮ ਹਕੂਮਤ ਨੇ ਕਦੇ ਸਾਡੇ ਪਤੀ ਪਰਮੇਸ਼ਰ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਸੱਦਿਆ ਸੀ, ਨਤੀਜਾ ਕੀ ਨਿਕਲਿਆ? ਆਖਿਆ ਨਹੀਂ ਪੁੱਤਰ ਆਪਾਂ ਨਹੀਂ ਜਾਣਾ। ਇੱਕ ਰੀ ਡਹਿਲੇ ਮਾਤਾ ਜੀ, ਪਰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਜਾਣ ਕੇ ਆਖਿਆ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ। ਤੋ ਮਹਾਰਾਜ ਕਹਿੰਦੇ ਸਿਆਣੇ ਸਿੱਖਾਂ ਨਾਲ ਸਲਾਹ ਕਰਨੀ ਚਾਹੀਦੀ ਮਾਤਾ। ਸਿੱਖਾਂ ਨੂੰ ਸੱਦਿਆ ਗਿਆ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ, ਬਿਧੀ ਚੰਦ ਪੈੜਾ, ਪੁਰਾਣਾ ਜੇਠਾ, ਭਾਈ ਲੰਗਾ ਜੀ ਵਰਗੇ ਮਹਾਨ ਮੋਹਰੀ ਸਿੱਖ ਪਹੁੰਚੇ। ਤੇ ਜਿੰਨੇ ਮਸੰਦ ਹੈ ਭਾਈ ਸਾਲੂ ਜੀ, ਭਾਈ ਭਗਤੂ ਆਦਿ ਵਰਗੇ ਸਾਰੇ, ਇਹ ਸਾਰੇ ਵੀ ਮਹਾਰਾਜ ਦੇ ਹਜ਼ੂਰ ਇੱਥੇ ਮਾਤਾ ਗੰਗਾ ਦੇ ਘਰ ਪਹੁੰਚ ਗਏ ਆ, ਗੁਰੂ ਕੇ ਮਹਿਲ। ਉੱਥੇ ਫਿਰ ਸਲਾਹ ਮਸ਼ਵਰੇ ਹੋਣ ਲੱਗੇ। ਮਸੰਦਾਂ ਨੇ ਆਖਿਆ ਵੀ ਪਾਤਸ਼ਾਹ, ਮਹਾਰਾਜ ਨੇ ਪੁੱਛਿਆ ਵੀ ਤੁਸੀਂ ਦੱਸੋ ਕਿਵੇਂ ਕਰੀਏ, ਜਾਣਾ ਚਾਹੀਦਾ ਹੈ ਕਿ ਨਹੀਂ? ਮਸੰਦ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕੀ ਕਿਹਾ ਜਾ ਸਕਦਾ ਹੈ, ਵੀ ਹੁਣ ਬਾਦਸ਼ਾਹ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਇੱਕ ਵਾਰੀ ਹੱਥ ਲੱਗੇ ਹੋਏ ਅੱਗੇ, ਇਹਨਾਂ ਚੰਗੀ ਨਹੀਂ ਕੀਤੀ, ਧੋਖੇ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸੱਦ ਕੇ ਸ਼ਹੀਦ ਕੀਤਾ। ਅਸੀਂ ਕਿਵੇਂ ਕਹਿ ਦਈਏ ਵੀ ਜਾਣਾ ਚਾਹੀਦਾ? ਪਰ ਜੇ ਨਹੀਂ ਜਾਂਦੇ ਤੇ ਜਿਵੇਂ ਬਾਦਸ਼ਾਹ ਕੋਲ ਖਬਰਾਂ ਜਾ ਰਹੀਆਂ ਤੁਹਾਡੀ ਫੌਜ ਰੱਖਣ ਦੀਆਂ, ਫਿਰ ਬਾਦਸ਼ਾਹ ਫੌਜ ਜ਼ਰੂਰ ਚੜ੍ਹਾ ਕੇ ਭੇਜੇਗਾ, ਜਿਵੇਂ ਖਬਰ ਆਈ ਆ ਦਿੱਲੀੋਂ ਵਜ਼ੀਰ ਖਾਂ ਕਹਿੰਦਾ। ਤੇ ਜੇ ਫੌਜ ਚੜ੍ਹ ਕੇ ਆਉਂਦੀ ਹੈ ਤੇ ਜੰਗ ਹੋਵੇਗਾ, ਅੰਮ੍ਰਿਤਸਰ ਵਸੋਂ ਵਾਲੀ ਜਗ੍ਹਾ, ਬਹੁਤ ਨੁਕਸਾਨ ਹੋਵੇਗਾ। ਅਜੇ ਫੌਜ ਦੇ ਪੂਰੇ ਤਿਆਰੇ ਨਹੀਂ ਹੋਏ ਹਨ। ਤੇ ਸਾਡੀ ਇੱਕ ਤੀਜੀ ਸਲਾਹ ਹੈ ਮਹਾਰਾਜ ਵੀ ਮਾਲਵਾ ਦੇਸ਼ ਜਿਹੜਾ ਜੰਗਲ ਇਲਾਕਾ, ਉੱਥੇ ਪਾਣੀ ਦੀ ਬਹੁਤ ਕਮੀ ਹੈ। ਤੇ ਜਿੰਨਾ ਸਮਾਂ ਬਾਦਸ਼ਾਹ ਨਾਲ ਕੁਝ ਤਕਰਾਰ ਚੱਲ ਰਿਹਾ ਹੈ, ਝਗੜਾ ਚੱਲ ਰਿਹਾ, ਤੇ ਆਪਾਂ ਮਾਲਵੇ ਨੂੰ ਚਲੇ ਜਾਈਏ ਸਾਰੇ, ਉੱਥੇ ਫੌਜ ਨਹੀਂ ਪਹੁੰਚ ਪਾਉਂਦੀ, ਕੋਈ ਵੀ ਫੌਜ ਘੱਟ ਗਸ਼ਤਾਂ ਕਰਦੀਆਂ ਉੱਧਰ। ਤਾਂ ਉੱਥੇ ਤੁਹਾਡੇ ਸਿੱਖ ਬਰਾੜ ਕੁਝ ਸਿੱਧੂ ਹਨ, ਉਹ ਆਪੇ ਸਾਰਾ ਦਾਣਾ ਪਾਣੀ ਦਾ ਪ੍ਰਬੰਧ ਉਹਨਾਂ ਕਰ ਹੀ ਲੈਣਾ। ਸੰਗਤ ਬਥੇਰੀ ਤੁਹਾਨੂੰ ਪੂਜਨ ਮਨਾਉਣ ਵਾਲੀ ਉੱਥੇ। ਇਹ ਵਚਨ ਸੁਣ ਕੇ ਤੇ ਭਾਈ ਬਿਧੀ ਚੰਦ ਵਰਗੇ ਇਹ ਭਾਈ ਪੈੜਾ ਪੁਰਾਣਾ ਜੀ ਬੋਲੇ ਕਿ ਨਹੀਂ ਮਹਾਰਾਜ, ਅਸੀਂ ਤਾਂ ਕਹਿੰਦੇ ਹਾਂ ਵੀ ਇੱਕ ਵਾਰੀ ਵੇਖੀਏ ਤਾਂ ਸਹੀ ਵੀ ਬਾਦਸ਼ਾਹ ਦਾ ਰੁਖ ਕੀ ਹੈ। ਸੱਚੀ ਦਿਲੋਂ ਸ਼ਰਧਾ ਨਾਲ ਸੱਦਦਾ ਫਿਰ ਤਾਂ ਕੋਈ ਮਾੜੀ ਗੱਲ ਨਹੀਂ, ਤੇ ਜੇ ਚਲਾਕੀ ਨਾਲ ਸੱਦਦਾ ਹੈ ਤੇ ਫਿਰ ਕੋਈ ਗੱਲ ਨਹੀਂ, ਆਪਾਂ ਅੰਮ੍ਰਿਤਸਰ ਨਾ ਛੱਡੀਏ। ਤੇ ਜਦੋਂ ਫੌਜ ਚੜ੍ਹ ਕੇ ਆਵੇਗੀ ਜਾਂ ਮੁਕਾਬਲਾ ਕਰਾਂਗੇ, ਜੇ ਫੌਜ ਬਹੁਤੀ ਹੋਈ ਤੇ ਫਿਰ ਕੋਈ ਗੱਲ ਨਹੀਂ, ਜੰਗਲ ਦੇਸ਼ ਨੂੰ ਚਲੇ ਜਾਵਾਂਗੇ। ਵੀ ਹੁਣੇ ਪਹਿਲਾਂ ਹੀ ਅੰਮ੍ਰਿਤਸਰ ਛੱਡ ਦੇਣਾ ਸਾਡੇ ਹਿਸਾਬ ਨਾਲ ਤਾਂ ਠੀਕ ਨਹੀਂ। ਇਹ ਸਾਰੀ ਸਲਾਹ ਮਸ਼ਵਰਾ ਰਾਤ ਦੇ ਸਮੇਂ ਗੁਰੂ ਕੇ ਮਹਿਲ ਹੋ ਰਿਹਾ ਵੀ ਦਿੱਲੀ ਜਾਇਆ ਜਾਵੇ ਕਿ ਨਾ। ਉਹ ਜਿਵੇਂ ਫਿਰ ਸਲਾਹ ਕੀਤੀ ਗਈ ਤੇ ਮਹਾਰਾਜ ਵਜ਼ੀਰ ਖਾਂ ਨੂੰ ਮਿਲੇ, ਦਿੱਲੀ ਦੀ ਤਿਆਰੀ ਕੀਤੀ ਜਾਣ ਦੀ। ਉਹ ਸਾਰਾ ਪ੍ਰਸੰਗ ਜਾਵੇਗਾ ਜੀ। ਚਿੱਤ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ
ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਦਾਤਿਆਂ ਨੂੰ ਹਿਰਦੇ ਵਿੱਚ ਵਸਾਓ ਜੀ। ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਗੰਗਾ ਕੇ ਬਾਕ ਸੁਨ। ਤੋ ਇਸ ਤਰ੍ਹਾਂ ਮਾਤਾ ਗੰਗਾ ਜੀਆਂ ਫਿਰ ਰੋਕ ਦਿੱਤਾ ਸੀ। ਬਾਬਾ ਬਿਧੀ ਚੰਦ ਜੀਆਂ ਨੂੰ ਆਖਿਆ ਨਹੀਂ ਬਾਬਾ ਜੀ, ਜੰਗ ਦੀ ਸਲਾਹ ਨਾ ਦਿਓ, ਕੋਈ ਹੋਰ ਸਲਾਹ ਦਿਓ, ਕੋਈ ਇਹੋ ਜਿਹਾ ਹੱਲ ਕੱਢੋ ਵੀ ਜੰਗ ਵੀ ਨਾ ਕਰਨਾ ਪਵੇ, ਦਿੱਲੀ ਵੀ ਨਾ ਜਾਣਾ ਪਵੇ ਤੇ ਅੰਮ੍ਰਿਤਸਰ ਵੀ ਨਾ ਛੱਡਣਾ ਪਵੇ, ਕੋਈ ਇਹੋ ਜਿਹੀ ਸਲਾਹ ਦਿਓ। ਜਦੋਂ ਮਾਤਾ ਗੰਗਾ ਜੀ ਦੇ ਇਹੋ ਜਿਹੇ ਬਚਨ ਮੁਖੋਂ ਨਿਕਲੇ ਹਨ, ਬ੍ਰਿਧ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਸੁਣੇ। ਭਾਈ ਗੁਰਦਾਸ ਜੀਆਂ ਮਾਤਾ ਜੀ ਦੇ ਬਚਨ ਸੁਣੇ ਹਨਗੇ। ਲਖ ਹੈ ਭਵਿੱਖਿਅਤ ਸਗਲ ਗਤ। ਤੋ ਭਵਿੱਖ ਦੀ ਸਾਰੀ ਹਾਲਤ ਹੁਣ ਬਾਬਾ ਬੁੱਢਾ ਸਾਹਿਬ ਜੀ ਤੋਂ ਕੀ ਲੁਕਿਆ, ਬ੍ਰਹਮ ਗਿਆਨੀ ਹਨਗੇ। ਤੇ ਆਉਣ ਵਾਲੇ ਸਮੇਂ ਦੀ ਸਾਰੀ ਹਾਲਾਤ ਜਿਹੜੇ ਵੀ ਕੀ ਵਰਤਣਾ ਹੈ, ਕਿਵੇਂ ਮਹਾਰਾਜ ਨੇ ਦਿੱਲੀ ਜਾ ਕੇ ਚੰਦੂ ਦੇ ਨੱਕ 'ਚ ਨੱਥ ਪਾਉਣੀ, 4 ਜੰਗ ਯੁੱਧ ਕਰਨੇ ਹੈ, ਦੁਸ਼ਮਣਾਂ ਦੁਸ਼ਟਾਂ ਦੰਭੀਆਂ ਪਾਪੀਆਂ ਦਾ ਨਾਸ਼ ਕਰਨਾ। ਆਉਣ ਵਾਲੇ ਸਮੇਂ ਦੀ ਸਾਰੀ ਗੱਲਬਾਤ ਬਾਬਾ ਬੁੱਢਾ ਸਾਹਿਬ ਜੀਆਂ ਹਿਰਦੇ ਵਿੱਚ ਜਾਣ ਲਈ ਹੈ। ਬੋਲੇ ਕਰਤ ਪ੍ਰਕਾਸ਼। ਤੇ ਆਪਣੀ ਸਲਾਹ ਪ੍ਰਗਟ ਕਰ ਪਏ ਹੈ। ਮੁਖੋਂ ਇਉਂ ਬਚਨ ਬੋਲੇ ਹਨ। ਚਾਪਈ ਮਾਤਾ ਜੀ ਸੁਣੀਐ ਹਮ ਕਹੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਤਾ ਜੀ ਸੁਣੋ, ਜਿਵੇਂ ਅਸੀਂ ਤੁਹਾਨੂੰ ਆਖਦੇ ਹਾਂ, ਸਾਡੀ ਜਿਹੜੀ ਸਲਾਹ ਮੰਨਦਾ ਫੁਰਨਾ ਹੈ। ਸ਼੍ਰੀ ਹਰਗੋਬਿੰਦ ਸਭ ਗਤ ਲਹੇ। ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਮੇਸ਼ਰ ਹਨ ਤੇ ਇਹ ਸਾਰਾ ਕੁਝ ਜਾਣਦੇ। ਆਉਣ ਵਾਲੇ ਸਮੇਂ ਵਿੱਚ ਕੀ ਇਹ ਤਾਂ ਸਿੱਖਾਂ ਨੂੰ ਵਡਿਆਈਆਂ ਬਖਸ਼ ਰਹੇ ਆ ਜਿਹੜੀ ਸਾਡੀ ਸਲਾਹ ਲੈ ਰਹੇ ਆ, ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਕੀ ਛੁਪਿਆ ਹੋਇਆ ਇਹ ਸਾਰਾ ਕੁਝ ਜਾਣੀ ਜਾਣ ਹਨ। ਹੁਣ ਹਾਰ ਇਨ ਤੇ ਨਹਿ ਛਾਨੀ। ਕੋਈ ਵੀ ਹੋਣ ਵਾਲੀ ਆਉਣ ਵਾਲੇ ਸਮੇਂ ਦੀ ਕੋਈ ਗੱਲਬਾਤ, ਕੋਈ ਆਉਣ ਵਾਲਾ ਸਮਾਂ ਇਹਨਾਂ ਤੋਂ ਲੁਕਿਆ ਨਹੀਂ ਹੋਇਆ ਹੈ। ਜੋ ਕਰਨੋ ਸਗਰੋ ਮਨ ਜਾਨੀ। ਜੋ ਵੀ ਹੋਣਾ ਹੈ ਤੇ ਜੋ ਇਹਨਾਂ ਕਰਨਾ ਹੈ ਉਹ ਮਨ ਵਿੱਚ ਸਭ ਕੁਝ ਜਾਣਦੇ ਹਨ। ਪ੍ਰਥਮ ਸਪਥ ਹਿਤ ਚੰਦੂ ਮਾਰਨ। ਵੇਖੋ ਜਿਵੇਂ ਇਹਨਾਂ ਪਹਿਲਾਂ ਪ੍ਰਤੱਗਿਆ ਕੀਤੀ ਚੰਦੂ ਦੇ ਮਾਰਨ ਦੀ, ਤਖਤ ਤੇ ਖੜ ਕੇ ਵੀ ਅਸੀਂ ਚੰਦੂ ਦੇ ਨੱਕ 'ਚ ਨੱਥ ਪਾਉਣੀ ਹੈ। ਬੈਠ ਸਭਨ ਮਹਿ ਕੀਨ ਉਚਾਰਨ। ਇਹ ਸਾਰੀ ਸਭਾ ਵਿੱਚ ਕੋਈ ਲੁਕ ਛੁਪ ਕੇ ਨਹੀਂ, ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਰੀ ਸਭਾ ਦੇ ਵਿੱਚ ਬਹਿ ਕੇ ਜਾਂ ਖੜ ਕੇ ਇਹ ਸਾਰਿਆਂ ਦੇ ਸਾਹਮਣੇ ਸ਼ਰੇਆਮ ਇਹ ਪ੍ਰਤੱਗਿਆ ਕੀਤੀ ਸੀ। ਦੁਤੀਏ ਗੁਰ ਅਰਜਨ ਬਿਰਤਾਂਤ। ਤੇ ਦੂਜੀ ਗੱਲ ਮਾਤਾ ਜੀ ਇਹ ਵੇਖਣੀ ਚਾਹੀਦੀ ਵੀ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ ਬਰਤਾਂਤ ਬੀਤਿਆ ਹੈ, ਜੋ ਉਹਨਾਂ ਦੀ ਸ਼ਹੀਦੀ ਹੋਈ ਹੈ, ਹੋਵਣ ਲੱਗਿਓ ਅਬਹਿ ਬਖਿਆਤ। ਵੇਖੀਏ ਤੇ ਹੁਣ ਪ੍ਰਗਟ ਹੋਣ ਲੱਗ ਪਈ ਗੱਲ ਸਾਰੀ ਵੀ ਪਹਿਲਾਂ ਤਾਂ ਹਕੂਮਤ ਨੇ ਛੁਪਾ ਕੇ ਰੱਖੀ ਸੀ ਗੱਲਬਾਤ, ਲਾਹੌਰ ਜ਼ਰੂਰ ਪਤਾ ਸੀ ਪਰ ਹੋਰ ਨਹੀਂ ਗੱਲ ਨਿਕਲਣ ਦਿੱਤੀ। ਪਰ ਹੁਣ ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਕੀ ਸਨ, ਕਿਵੇਂ ਸ਼ਹੀਦ ਕੀਤਾ। ਚੰਦੂ ਭਾਵੇਂ ਕਹਿੰਦਾ ਰਿਹਾ ਹੈਡੇ ਨਾਲ ਗੁਰੂ ਸਾਹਿਬ ਜੀ ਚੜ੍ਹਾਈ ਕੀਤੇ ਹੈ, ਪਰ ਹੁਣ ਦਿੱਲੀ ਦੀਆਂ ਸੰਗਤਾਂ ਦੇ ਵਿੱਚ ਵੀ, ਦਿੱਲੀ ਸਾਰੇ ਗੈਰ ਸਿੱਖਾਂ ਤੇ ਜਿੰਨੇ ਕੋ ਮੁਸਲਮਾਨ ਹਿੰਦੂ ਸਾਰਿਆਂ ਨੂੰ ਇਹ ਪਤਾ ਲੱਗ ਚੁੱਕਾ ਹੈ ਵੀ ਮਹਾਰਾਜ ਸ਼ਹੀਦ ਕਿਵੇਂ ਹੋਏ, ਕਿੰਨੇ ਕੀਤੇ, ਕਿਵੇਂ ਕਰਵਾਏ ਹਨ। ਪਲਟੋ ਲੈ ਬੇਕੋ ਅਬ ਸਮੋ। ਤੇ ਮਾਤਾ ਜੀ ਹੁਣ ਬਦਲਾ ਲੈਣ ਦਾ ਸਮਾਂ ਆ ਗਿਆ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਗਿਆ ਕੀਤੀ ਸੀ ਨਾ ਚੰਦੂ ਦੇ ਨੱਕ 'ਚ ਨੱਥ ਪਾਉਣ ਦੀ, ਉਹ ਸਮਾਂ ਆ ਟੁੱਕਿਆ ਹੈ। ਦਿੱਲੀ ਚੱਲੋ ਇਹੀ ਹਮ ਮਤ ਹਮੋ। ਤੇ ਜੇ ਸਾਡੀ ਸਲਾਹ ਪੁੱਛੋ ਤੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਚੱਲਣਾ ਚਾਹੀਦਾ, ਪਾਤਸ਼ਾਹ ਨੂੰ ਜ਼ਰੂਰ ਦਿੱਲੀ ਪਹੁੰਚਣਾ ਚਾਹੀਏ। ਬਿਨਾ ਚੱਲੇ ਨਹਿ ਮਾਰਨ ਹੋਏ। ਕਿਉਂਕਿ ਦਿੱਲੀ ਗਏ ਤੋਂ ਬਿਨਾ ਚੰਦੂ ਦਾ ਨਾਸ਼ ਨਹੀਂ ਹੋਣਾ, ਨਹੀਂ ਮਾਰ ਹੋਣਾ ਚੰਦੂ ਨੂੰ। ਪੂਰਨ ਕਰਹਿ ਸਪਥ ਕਰ ਜੋਏ। ਤੇ ਦਿੱਲੀ ਚੱਲਣਾ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੇ ਦਿੱਲੀ ਚੱਲ ਕੇ ਉੱਥੇ ਆਪਣੀ
ਸਬਤ ਜਿਹੜੀ ਵੈ ਪ੍ਰਤੱਗਿਆ ਕੀਤੀ ਹੋਈ ਹੈ ਪੂਰੀ ਕਰ ਲੈਣ ਚੰਦੂ ਦੇ ਨੱਕ 'ਚ ਨੱਥ ਪਾਉਣ ਦੀ। ਸ਼੍ਰੀ ਅੰਮ੍ਰਿਤਸਰ ਬਸਹਾ ਸੁਖਾਰੇ। ਉਸ ਤੋਂ ਬਾਅਦ ਮੁੜ ਫੇਰ ਅੰਮ੍ਰਿਤਸਰ ਸਾਹਿਬ ਆ ਜਾਣ ਤੇ ਇੱਥੇ ਸੁਖੀ ਸੁਖੀ ਵਸਣ। ਕੀ ਲੋੜ ਹੈ ਫਿਰ ਅੰਮ੍ਰਿਤਸਰ ਸਾਹਿਬ ਛੱਡਣ ਦੀ ਜਦੋਂ ਮਸਲਾ ਹੱਲ ਹੋ ਗਿਆ। ਚੰਦੂ ਨੂੰ ਮਾਰ ਮੁਕਾ ਕੇ ਤੇ ਫਿਰ ਮੁੜ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਆਨੰਦ ਖੁਸ਼ੀਆਂ ਦੇ ਨਾਲ ਸੁਖ ਸੁਖ ਵਸ ਲੈਣਗੇ। ਜਹਾਂਗੀਰ ਨਹਿ ਕਰਹਿ ਬਿਗਾਰੇ। ਤੇ ਫਿਰ ਜਹਾਂਗੀਰ ਨਾਲ ਜਦੋਂ ਸਾਰੇ ਕੋਈ ਸ਼ੰਕੇ ਜਿਹੜੇ ਪਏ ਹੋਏ ਉਹਦੇ ਮਨ ਵਿੱਚੋਂ ਸਾਰੇ ਮੁੱਕ ਜਾਣਗੇ ਤੇ ਸਭ ਕੁਝ ਸਾਫ਼ ਹੋ ਜਾਵੇਗਾ, ਚੰਗੇ ਸੰਬੰਧ ਬਣ ਜਾਣਗੇ। ਫੇਰ ਜਹਾਂਗੀਰ ਵੀ ਨਹੀਂ ਵਿਗੜੇਗਾ, ਕੋਈ ਜੰਗ ਯੁੱਧ ਦਾ ਖਤਰਾ ਵੀ ਟਲ ਜਾਵੇਗਾ। ਆਗੇ ਸ਼ਾਹੇ ਜਹਾਂ ਜਬ ਹੋਏ। ਬਾਕੀ ਉਹਦਾ ਪੁੱਤਰ ਕਹਿੰਦੇ ਜਿਹੜਾ ਸ਼ਾਹ ਜਹਾਨ ਹੈ, ਜੇ ਆਉਣ ਵਾਲੇ ਸਮੇਂ 'ਚ ਸ਼ਾਹ ਜਹਾਨ ਤਖਤ ਤੇ ਬੈਠੇਗਾ। ਜਿਮ ਗੁਰ ਕਰਹਿ ਬਰਤ ਹੈ ਸੋਏ। ਜਿਵੇਂ ਉਹ ਮਹਾਰਾਜ ਨਾਲ ਵਰਤੇਗਾ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ। ਜਹਾਂਗੀਰ ਤਾਂ ਜੇ ਮਹਾਰਾਜ ਦਾ ਸ਼ਰਧਾਲੂ ਬਣਿਆ ਹੈ ਤੇ ਚਲੋ ਕੁਝ ਸਮੇਂ ਵਾਸਤੇ ਤਾਂ ਜੰਗ ਟਲੇਗਾ। ਤੇ ਜੇ ਆਉਣ ਵਾਲੇ ਸਮੇਂ ਵਿੱਚ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਨ ਜਿਵੇਂ ਮਹਾਰਾਜ ਨਾਲ ਵਰਤ ਲਵੇਗਾ ਉਵੇਂ ਵਰਤ ਲੈਣਗੇ। ਜੇ ਤਾਂ ਉਹ ਸਹੀ ਰਹੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਉਹਦੇ ਨਾਲ ਚੰਗਾ ਵਰਤਣਗੇ। ਤੇ ਜੇ ਉਹ ਹੰਕਾਰ ਸੱਤਾ ਹਕੂਮਤ ਦਾ ਤਖਤ ਦਾ ਨਸ਼ੇ ਦੇ ਵਿੱਚ ਗੁਰੂ ਘਰ ਨਾਲ ਮੱਥਾ ਲਾਵੇਗਾ ਤੇ ਫਿਰ ਉਹਦੇ ਨਾਲ ਜੰਗ ਕੀਤਾ ਜਾਵੇਗਾ। ਵੀ ਜਿਵੇਂ ਯੋਗ ਬਣੇਗੀ ਤੋ ਹੁਣ ਹਾਲ ਦੀ ਘੜੀ ਤਾਂ ਜੰਗ ਤੋਂ ਜਿਹੜਾ ਵਾ ਉਹ ਕਿਨਾਰਾ ਕਰ ਲੈਣਾ ਹੀ ਚੰਗਾ। ਇਹ ਬਹੁਤ ਸੁੰਦਰ ਸਲਾਹ ਬਾਬਾ ਬੁੱਢਾ ਸਾਹਿਬ ਜੀਆਂ ਦਿੱਤੀ ਵੀ ਸ਼ਾਹਜਹਾਨ ਜਿਵੇਂ ਵਰਤੇਗਾ ਉਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵਰਤ ਲੈਣਗੇ। ਹੁਣ ਜਹਾਂਗੀਰ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ ਹੈ ਤੇ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਬ ਚੰਦੂ ਕੋ ਗਰਦ ਮਿਲਾਵਾ। ਤੇ ਅਸੀਂ ਤਾਂ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡੀ ਇਹੀ ਸਲਾਹ ਹੈ ਵੀ ਤੁਸੀਂ ਦਿੱਲੀ ਜਾਓ ਬਾਦਸ਼ਾਹ ਦੇ ਸੱਦੇ ਤੇ ਚੰਦੂ ਨੂੰ ਝੂਠਾ ਕਰਕੇ ਬਾਦਸ਼ਾਹ ਤੋਂ ਲਓ ਤੇ ਚੰਦੂ ਨੂੰ ਮਿੱਟੀ ਵਿੱਚ ਮਿਲਾ ਸੁੱਟੋ ਜੀ। ਸੋ ਜਸ ਵਿਸਾਲ ਜਗਤ ਮਹਿ ਪਾਵਾ। ਤੇ ਸਾਰੇ ਸੰਸਾਰ ਵਿੱਚ ਜਸ ਵਡਿਆਈ ਪਾਓ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਦੀ ਪ੍ਰਤੱਗਿਆ ਕੀਤੀ ਚੰਦੂ ਦੇ ਨੱਕ 'ਚ ਨੱਥ ਪਾਉਣ ਦੀ। ਉਹ ਗੁਰੂ ਹਰਗੋਬਿੰਦ ਸਾਹਿਬ ਨੇ ਸੂਰਬੀਰ ਬਚਨ ਕੇ ਬਲੀ ਜਿਹੜੇ ਬਚਨ ਕਹੇ ਉਹ ਪੂਰੇ ਕੀਤੇ ਆ। ਸਾਰੇ ਸੰਸਾਰ ਵਿੱਚ ਤੁਹਾਡੀ ਸ਼ੋਭਾ ਹੋਵੇਗੀ। ਇੱਕ ਵਜ਼ੀਰ ਖਾਂ ਨਿਤ ਟਿਗ ਸ਼ਾਹੂ। ਬਾਕੀ ਜਿਹੜਾ ਵਜ਼ੀਰ ਖਾਂ ਸੁਨੇਹਾ ਲੈ ਕੇ ਆਇਆ ਹੋਇਆ ਹੈ ਬਾਦਸ਼ਾਹ ਦਾ, ਉਹ ਬਾਦਸ਼ਾਹ ਦੇ ਨੇੜੇ ਰਹਿਣ ਵਾਲਾ ਬੜਾ ਉਹ ਹਕੂਮਤ ਅੰਦਰ ਚੰਗਾ ਰਸੂਖ ਰੱਖਣ ਵਾਲਾ ਮਨੁੱਖ ਹੈ। ਸਤਿਗੁਰ ਕੋ ਸੇਵਕ ਸੁਖ ਚਾਹੂ। ਤੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦਾ ਸੇਵਕ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਸੁਖ ਚਾਹੁੰਦਾ ਹੈ। ਮਹਾਰਾਜ ਦੀ ਸੁਖ ਸ਼ਾਂਤੀ ਜਿਹੜੀ ਤੰਦਰੁਸਤੀ ਸਦਾ ਚਾਹੁੰਦਾ ਹੈ। ਮਹਾਰਾਜ ਦਾ ਭਲਾ ਮੰਗਣ ਵਾਲਾ ਹੈ। ਤਿਸਨੇ ਸਰਬ ਬਾਤ ਸਮਝਾਈ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਨੂੰ ਦੱਸਦੇ, ਮਾਤਾ ਜੀ ਉਹ ਜਿਹੜਾ ਵਜ਼ੀਰ ਖਾਂ ਆਇਆ ਨਾ, ਤੁਸੀਂ ਘਬਰਾਓ ਨਾ। ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਹੈ ਜਿਹੜਾ ਸੱਦਾ ਲੈ ਕੇ ਆਇਆ ਤੇ ਚੰਗਾ ਰਸੂਖ ਰੱਖਦਾ ਹਕੂਮਤ ਦੇ ਅੰਦਰ। ਤੇ ਉਹਨੇ ਸਾਰੀ ਗੱਲਬਾਤ ਜਿਹੜੀ ਹੈ ਸਮਝਾਉਣਾ ਕੀਤੀ ਹੈ ਅੱਜ ਦਿਨ ਦੀ ਸਭਾ ਦੇ ਅੰਦਰ। ਚੱਲਹਿ ਗੁਰੂ ਚੰਦੂ ਲੈ ਕਾਈ। ਉਹ ਕਹਿੰਦਾ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਦੇ ਸੱਦੇ ਤੇ ਚਲੇ ਜਾਣ ਤੇ ਉੱਥੇ ਜਾ ਕੇ ਕੰਮ ਬਣ ਸਕਦਾ, ਚੰਦੂ ਨੂੰ ਮਾਰ ਲੈਣਗੇ, ਜ਼ਰੂਰ ਐ ਹੋ ਸਕਦਾ ਹੈ। ਜਹਾਂਗੀਰ ਚਾਹੇ ਫਰਜ਼ ਉਤਾਰਾ। ਕਿਉਂਕਿ ਵਜ਼ੀਰ ਖਾਨ ਨੇ ਦੱਸਿਆ ਵੀ ਬਾਦਸ਼ਾਹ ਜਹਾਂਗੀਰ ਵੀ ਹੁਣ ਫਰਜ਼ ਜਿਹਾ ਲਾਉਣਾ ਚਾਹੁੰਦਾ, ਕਿਉਂਕਿ ਦਿੱਲੀ ਵਿੱਚ ਅਕਸਰ ਹੀ ਇਹ ਗੱਲਾਂ ਉਹਦੇ ਮਹਿਲ 'ਚ ਆਉਂਦੀਆਂ ਨੇ ਵੀ ਬਾਦਸ਼ਾਹ ਨੇ ਨਿਆਂ ਨਹੀਂ ਕੀਤਾ। ਪੰਜਾਬ ਦੇਸ਼ ਅੰਦਰ ਐਡੇ ਮਹਾਨ ਸਤ ਪ੍ਰਤੱਗੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਹੋ ਗਏ ਤੇ ਸਮੇਂ ਦੀ ਹਕੂਮਤ ਸੀ ਤੇ ਇਹਨਾਂ ਨੂੰ ਪਤਾ ਤੱਕ ਨਾ ਲੱਗਾ ਸ਼ਹੀਦੀ ਦੇ ਕਾਰਨਾਂ ਦਾ, ਭਾਵੇਂ ਬਾਦਸ਼ਾਹ ਜਹਾਂਗੀਰ ਵਿੱਚ ਹੀ ਸ਼ਾਮਲ ਹੈ। ਤੇ ਲੋਕ ਗੱਲਾਂ ਕਰਦੇ ਆ ਤੇ ਬਾਦਸ਼ਾਹ ਦੀ ਹੇਠੀ ਹੁੰਦੀ ਹੈ। ਬਾਦਸ਼ਾਹ ਚਾਹੁੰਦਾ ਹੈ ਵੀ ਮੈਂ ਆਪਦੇ ਗਲੋਂ ਫਰਜ਼ ਲਾ ਦਿਆਂ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਜਿਹਨੇ ਕੀਤੀ ਉਹਨੂੰ ਸਜ਼ਾ ਮਿਲ ਜਾਵੇ ਤੇ ਮੈਨੂੰ ਕੋਈ ਉਂਗਲ ਨਾ ਕਰੇ ਵੀ ਬਾਦਸ਼ਾਹ ਜਹਾਂਗੀਰ ਨੇ ਨਿਆਂ ਨਹੀਂ ਕੀਤਾ ਹੈ। ਲਿਹੋ ਪਲਟਾ ਜਿਸ ਨੇ ਗੁਰ ਮਾਰਾ। ਇਸ ਲਈ ਵਜ਼ੀਰ ਖਾਂ ਕਹਿੰਦਾ ਹੈ ਵੀ ਪਲਟਾ ਲੈ ਲਓ, ਬਦਲਾ ਲੈ ਲਓ ਜਿਨ੍ਹਾਂ ਨੇ ਗੁਰੂ ਨੂੰ ਸ਼ਹੀਦ ਕੀਤਾ ਹੈ ਚੰਦੂ ਵਰਗਿਆਂ ਤੋਂ। ਨਹਿ ਆਛੇ ਕੁਛ ਕਰਨ ਬਖੇਰਾ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਅਸੀਂ ਕਹਿੰਦੇ ਆ ਵੀ ਬਖੇੜਾ ਕਰਨਾ, ਝਗੜਾ ਕਰਨਾ ਹੁਣ ਬਿਨਾਂ ਗੱਲ ਤੋਂ ਚੰਗਾ ਨਹੀਂ ਹੈ। ਬਿਗਰੇ ਪਰ ਹੈ ਜੰਗ ਵਡੇਰਾ। ਕਿਉਂਕਿ ਜੇ ਤੁਸੀਂ ਨਾ ਮਹਾਰਾਜ ਗਏ ਤੇ ਫਿਰ ਵਿਗਾੜ ਪੈਣਾ ਹੀ ਆ, ਕਿਉਂਕਿ ਬਾਦਸ਼ਾਹ ਕੀ ਪਤਾ ਪਰਖਦਾ ਹੋਵੇ ਵੀ ਜੇ ਤਾਂ ਆ ਗਏ ਤੇ ਫਿਰ ਤਾਂ ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਮਨ 'ਚ ਕੁਛ ਨਹੀਂ,
ਤੇ ਜੇ ਨਹੀਂ ਆਏ ਤੇ ਕੀ ਆ, ਫਿਰ ਜੰਗ ਚਾਹੁੰਦੇ ਹੋਣ। ਜੇ ਤੁਸੀਂ ਨਾ ਜਾਓਗੇ ਤੇ ਬਾਦਸ਼ਾਹ ਹਕੂਮਤ ਵਿਗੜੇਗੀ ਤੇ ਵੱਡਾ ਜੰਗ ਕਰਨਾ ਪੈਣਾ ਹੈ। ਕੌਣ ਕਾਜ ਹਿਤ ਕਰਹੁ ਬਿਖਾਦਾ। ਤੇ ਕਿਹੜੀ ਗੱਲੋਂ ਸੱਚੇ ਪਾਤਸ਼ਾਹ ਜੀ ਆਪਾਂ ਝਗੜਾ ਕਰਨਾ? ਵੀ ਜੰਗ ਜੇ ਕੀਤਾ ਤੇ ਚੰਦੂ ਦੇ ਨੱਕ 'ਚ ਨੱਥ ਪਾਉਣ ਵਾਸਤੇ ਹੀ ਕਰਨਾ ਹੈ ਨਾ। ਤੇ ਉਹ ਕੰਮ ਜੇ ਤੁਹਾਡਾ ਕੱਲਾ ਦਿੱਲੀ ਜਾਇਆ ਬਣਦਾ ਹੈ ਤੇ ਜ਼ਰੂਰ ਜਾਣਾ ਚਾਹੀਏ। ਅਸ ਕੀ ਜਹ ਜਿਮ ਹੋਏ ਅਹਲਾਦਾ। ਤੇ ਇਸ ਤਰ੍ਹਾਂ ਕਰੋ ਆਪ ਜੀ ਪਾਤਸ਼ਾਹ, ਦਿੱਲੀ ਜਾਓ ਜਿਹਦੇ ਨਾਲ ਸਾਰਿਆਂ ਨੂੰ ਆਨੰਦ ਹੋਵੇ। ਚਲੋ ਜੰਗ ਵੀ ਨਾ ਕਰਨਾ ਪਵੇ, ਨੁਕਸਾਨ ਵੀ ਨਾ ਹੋਵੇ। ਤੋ ਸਿੱਖ ਸਾਧ ਸੰਗਤ ਜੀ ਜਿੰਨਾ ਸਮਾਂ ਬਣਦਾ ਜੰਗ ਤੋਂ ਟਾਲਾ ਕਰਦੇ ਆ। ਜਿੰਨੀਆਂ ਵੀ ਲੜਾਈਆਂ ਯੁੱਧ ਮਹਾਰਾਜ ਸਤਿਗੁਰਾਂ ਦੇ ਘਰ ਵੱਲੋਂ ਲੜੀਆਂ ਗਈਆਂ, ਗਲ ਪਏ ਯੁੱਧ ਲੜੇ ਮਹਾਰਾਜ ਨੇ। ਕਦੇ ਜਾ ਕੇ ਚੜ੍ਹਾਈ ਨਹੀਂ ਕੀਤੀ ਕਿਸੇ ਤੇ, ਚੜ੍ਹ ਕੇ ਆਏ ਦਾ ਉੱਤਰ ਜ਼ਰੂਰ ਦਿੱਤਾ। ਜਿੰਨੇ ਵੀ ਹੁਣ ਤੱਕ ਮਹਾਰਾਜ ਦੇ ਘਰ ਵੱਲੋਂ ਜਾਂ ਪਾਤਸ਼ਾਹ ਨੇ ਖੁਦ ਜੰਗ ਲੜੇ, ਬਾਅਦ ਵਿੱਚ ਸਿੱਖਾਂ ਵੀ ਯੁੱਧ ਲੜੇ ਆ। ਤੋ ਚੜ੍ਹ ਕੇ ਨਹੀਂ ਗਿਆ ਕਦੇ ਖਾਲਸਾ। ਚੜ੍ਹ ਕੇ ਆਇਆਂ ਨੂੰ ਜਿਹੜਾ ਹੈ ਉਹ ਤੇਗ ਦੇ ਨਾਲ ਸਾਂਭਣਾ ਕੀਤਾ ਹੈ। ਤੋ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਮਹਾਰਾਜ ਟਾਲਾ ਕਰਨਾ ਚਾਹੀਦਾ ਹੈ। ਚਲੋ ਕੰਮ ਕਰੀ ਜਿਹਦੇ ਨਾਲ ਸਾਰਿਆਂ ਦਾ ਭਲਾ ਹੋਵੇ, ਸਾਰੇ ਮਨੁੱਖਤਾ ਦਾ ਭਲਾ ਹੋਵੇ। ਵੀ ਨਿਹੱਕੇ ਅੰਮ੍ਰਿਤਸਰ ਦੇ ਲੋਕ ਮਾਰੇ ਜਾਣਗੇ। ਜੇ ਤੁਹਾਡੇ ਜਾਇਆ ਹੀ ਪਾਤਸ਼ਾਹ ਸਰਦਾ ਹੈ ਤੇ ਕੀ ਲੋੜ ਹੈ ਫਿਰ ਜੰਗ ਕਰਨੇ ਦੀ। ਸ਼੍ਰੀ ਅਰਜਨ ਸਭ ਅੰਤਰਜਾਮੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਰੇ ਘਟ ਘਟ ਦੇ ਜਾਣਨ ਵਾਲੇ ਸਨਗੇ। ਚਾਹੇ ਸੋ ਕਰੈ ਜਗਤ ਕੇ ਸੁਆਮੀ। ਤੇ ਜੋ ਚਾਹੁੰਦੇ ਉਹ ਕਰ ਸਕਦੇ ਸੀ। ਉਹ ਤਾਂ ਜੱਗ ਦੇ ਸੁਆਮੀ ਹੈ, ਮਾਲਕ ਸਨ, ਸਾਰੇ ਸੰਸਾਰ ਦੇ ਕਰਤਾ ਧਰਤਾ ਸਨਗੇ। ਸਾਚ ਕਰਨ ਹਿਤ ਬਚ ਤਿਸ ਕੇਰਾ। ਉਹ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਦੇ ਜਿਹੜੇ ਹੈ ਉਹ ਸੁਆਮੀ ਸਨ, ਅੰਤਰਜਾਮੀ ਮਾਲਕ ਸਨਗੇ। ਦੇ ਚੰਦੂ ਸਿਰ ਦੋਸ਼ ਵਡੇਰਾ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਚੰਦੂ ਸਿਰ ਬੜਾ ਦੋਸ਼ ਦੇ ਦਿੱਤਾ ਹੈ, ਕਿਉਂਕਿ ਪਾਪੀ ਨੂੰ ਮਾਰਨ ਵਾਸਤੇ, ਗਰਕ ਕਰਨ ਵਾਸਤੇ ਮਹਾਨ ਸਾਕਾ ਵਰਤਾਇਆ ਹੈ। ਗਏ ਬੇਕੁੰਠ ਮੁਕੰਦ ਸੰਛੰਦੇ। ਸੁਛੰਦੇ ਮਹਾਰਾਜ ਮੁਕਤੀ ਦੇ ਦਾਤੇ ਸੱਚਖੰਡ ਬੈਕੁੰਠ ਗਏ। ਦੀਨਾ ਬੰਧੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਬਿਲਕੁਲ ਸੁਛੰਦ ਸਨ, ਭਾਵ ਕਿਸੇ ਦੇ ਅਧੀਨ ਸਨ, ਸੁਤੰਤਰ ਪਾਤਸ਼ਾਹ ਜੀ ਆਪਦੀ ਮੌਜ ਵਿੱਚ ਸ਼ਹੀਦੀ ਦੇ ਕੇ ਗਏ ਹਨ। ਨਹੀਂ ਪ੍ਰਤੰਤਰ ਰੂਪ ਆਨੰਦੇ। ਉਹ ਤਾਂ ਆਨੰਦ ਦੇ ਸਰੂਪ ਸਨ ਤੇ ਕਿਸੇ ਦੇ ਅਧੀਨ ਨਹੀਂ ਸਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਪੰਚਹੁ ਸਤਿਗੁਰ ਕੀ ਅਬ ਰੂਪ। ਤੇ ਪੰਜ ਸਤਿਗੁਰਾਂ ਦਾ ਜਿਹੜਾ ਸਰੂਪ ਪਾਵਨ ਪਵਿੱਤਰ, ਉਹਨਾਂ ਪੰਜਾਂ ਪਾਤਸ਼ਾਹੀਆਂ ਦਾ ਛੇਵਾਂ ਜੋ ਸਰੂਪ ਹੈ। ਸ਼੍ਰੀ ਹਰਿ ਗੋਬਿੰਦ ਜੋਤ ਅਨੂਪ। ਇਹ ਮਾਤਾ ਜੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਹਨ। ਪੰਜਾਂ ਪਾਤਸ਼ਾਹੀਆਂ ਦਾ ਛੇਵਾਂ ਸਰੂਪ ਜੋਤ ਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਜਿਮ ਚਾਹੈ ਇਹ ਕਰਹਿ ਗੁਸਾਈ। ਤੇ ਇਹ ਵੀ ਪਰਮੇਸ਼ਰ ਉਹੀ ਰੂਪ ਹੈ ਜੋ ਚਾਹਣ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਸਕਦੇ ਹਨ। ਸਭ ਪਰ ਬਲੀ ਚਿੰਤ ਨਹਿ ਕਾਈ। ਮਾਤਾ ਚਿੰਤਾ ਨਾ ਕਰੋ, ਤੁਹਾਡੇ ਪੁੱਤਰ ਵਰਗਾ ਬਲੀ ਸੰਸਾਰ ਤੇ ਹੋਰ ਕੋਈ ਹੈ ਹੀ ਨਹੀਂ ਜਿਹੜਾ ਇਹਨਾਂ ਦਾ ਰਾਹ ਰੋਕ ਸਕੇ। ਦਿੱਲੀ ਜਾਣ ਵਿੱਚ ਉੱਥੇ ਕੋਈ ਇਹੋ ਜਿਹਾ ਜੰਮਿਆ ਨਹੀਂ ਮਾਂ ਨੇ ਪੁੱਤ ਜਿਹੜਾ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਹੱਥ ਪਾ ਸਕੇ, ਰੋਕ ਸਕੇ। ਇਹਨਾਂ ਵਰਗਾ ਬਲੀ ਸੰਸਾਰ ਵਿੱਚ ਕੋਈ ਨਹੀਂ ਹੈ। ਮਹਾ ਪ੍ਰਤਾਪਵੰਤ ਰਣ ਧੀਰ। ਇਹ ਤਾਂ ਰਣ ਜੰਗ ਦੇ ਮੈਦਾਨ ਦੇ ਧੀਰਜ ਧਾਰੀ ਸੂਰਮੇ ਹਨਗੇ ਤੇ ਮਹਾਨ ਪ੍ਰਤਾਪ ਵਰਤਾਉਣ ਵਾਲੇ ਹਨ। ਇਨ ਕੀ ਸਮਨਹਿ ਅਪਰ ਸਰੀਰ। ਹੋਰ ਤਾਂ ਹੋਰ ਇਹਨਾਂ ਵਰਗਾ ਤਾਂ ਸਰੀਰ ਹੀ ਦੁਨੀਆ ਤੇ ਇਸ ਵਕਤ ਕੋਈ ਨਹੀਂ। ਇਹਨਾਂ ਜਿੱਡਾ ਵੱਡਾ ਸਰੂਪ ਸਾਰੀ ਧਰਤੀ ਤੇ ਇਸ ਵਕਤ ਹੋਰ ਕੋਈ ਨਹੀਂ ਹੈ। ਇਸ ਪ੍ਰਕਾਰ ਜਬ ਬ੍ਰਿਧ ਨੇ ਕਹਿਓ। ਉਹ ਇਸ ਤਰ੍ਹਾਂ ਦੇ ਬਚਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਮਾਤਾ ਗੰਗਾ ਜੀ ਨੂੰ ਆਖੇ ਹਨ। ਸ਼੍ਰੀ ਗੰਗਾ ਨੀ ਕੋ ਮਨ ਲਹਿਓ। ਤੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਬਹੁਤ ਚੰਗੇ ਲੱਗੇ ਐ, ਮਨ ਕਰਕੇ ਚੰਗੇ ਲੱਗੇ, ਮੰਨ ਲਏ ਹਨ। ਸਤਿਗੁਰ ਮੰਦ ਮੰਦ ਮੁਸਕਾਏ। ਤੇ ਜਦੋਂ ਮਾਤਾ ਗੰਗਾ ਜੀ ਚੁੱਪ ਕਰ ਗਏ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਮਹਾਨ ਮੱਤ ਦੇ ਮਾਲਕ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਪਏ ਸਾਰੀ ਸਭਾ ਦੇ ਅੰਦਰ। ਕਹਿਓ ਕਿ ਚਾਹੇ ਦੁਸ਼ਟ ਮਰਵਾਏ। ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ, ਬਾਬਾ ਬੁੱਢਾ ਜੀ ਤੁਸੀਂ ਵੀ ਚਾਹੁੰਦੇ ਹੋ ਵੀ ਛੇਤੀ ਸਾਡੇ ਹੱਥੋਂ ਦੁਸ਼ਟ ਮਾਰੇ ਜਾਣ। ਬ੍ਰਿਧ ਕੋ ਕਹਿਓ ਨਾ ਫੇਰਹਿ ਕੋਈ। ਬਾਕੀ ਸਭਾ ਚ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਕਿਆ ਹੋਇਆ,
ਕੋਈ ਸਿੱਖ ਨਹੀਂ ਜਿਹੜਾ ਮੋੜ ਸਕੇ। ਇਹਨਾਂ ਦਾ ਹਰੇਕ ਬਚਨ ਸਭ ਮੰਨਦੇ ਤੇ ਮੰਨਣਾ ਪੈਂਦਾ ਹੈ, ਮੰਨਣਾ ਚਾਹੀਦਾ ਵੀ ਹੈ। ਜਿਮ ਬਚ ਕਹਿ ਤਿਮ ਹੀ ਸਚ ਹੋਈ। ਬਾਕੀ ਜਿਹੜਾ ਬਚਨ ਇਹ ਕਹਿ ਦਿੰਦੇ ਮੁਖੋਂ, ਉਹ ਬਚਨ ਤ੍ਰੈਕਾਲ ਆਬਾਦ ਸਰੂਪ ਹੈ, ਸਦਾ ਸੱਚ ਹੁੰਦਾ ਹੈ। ਹੁਣ ਹਾਰ ਸੋ ਕਰਹਿ ਉਚਾਰੀ। ਤੇ ਬਾਬਾ ਬੁੱਢਾ ਸਾਹਿਬ ਜੀ ਉਹ ਬਚਨ ਕਰਦੇ ਆ ਜਿਹੜਾ ਹੋਣ ਵਾਲਾ ਹੈ, ਭਾਵ ਵੀ ਆਉਣ ਵਾਲੇ ਸਮੇਂ ਦੇ ਵੀ ਗਿਆਤਾ ਹੈ। ਜੋ ਬਚਨ ਕਰ ਦਿੰਦੇ ਉਹ ਪੂਰਾ ਵੀ ਹੁੰਦਾ ਹੈ, ਤੇ ਜਾਂ ਐਂ ਕਹਿ ਲਓ ਵੀ ਆਉਣ ਵਾਲੇ ਸਮੇਂ 'ਚ ਜੋ ਹੋਣਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਦੱਸਣ ਦੇ ਸਮਰੱਥ ਹਨ। ਜੋ ਉੱਚ ਰਹਿ ਸੋ ਹੋਵਨ ਹਾਰੀ। ਤੇ ਜਿਹੜਾ ਕੁਝ ਇਹਨਾਂ ਕਿਹਾ ਹੁੰਦਾ ਹੈ ਉਹੀ ਹੁੰਦਾ ਹੈ, ਉਹੀ ਹੋਣਾ ਹੁੰਦਾ, ਹੋਣਹਾਰ ਬਣ ਜਾਂਦੀ ਹੈ। ਪਾਹਨ ਰੇਖ ਮਿਟਹਿ ਨਹਿ ਜੈਸੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੰਗਤ ਜੀ, ਜਿਵੇਂ ਪੱਥਰ ਦੇ ਉੱਪਰ ਰੇਖਾ ਨਹੀਂ ਮਿਟਦੀ, ਲਕੀਰ ਨਹੀਂ ਮਿਟਦੀ ਹੈ। ਗਜ ਰਦ ਨਿਕਸ ਨ ਪ੍ਰਵਿਸ਼ਹਿ ਕੈਸੇ। ਤੇ ਹਾਥੀ ਦੇ ਦੰਦ ਮੂੰਹ ਚੋਂ ਬਾਹਰ ਨਿਕਲ ਹੋਏ ਵਾਪਸ ਨਹੀਂ ਪੈਂਦੇ ਹਨ। ਸੁਣ ਸੁਣ ਗੁਰ ਤੇ ਗੁਰਦਾਸ ਬਖਾਨੀ। ਇਸ ਤਰ੍ਹਾਂ ਮਹਾਰਾਜ ਨੇ ਬਚਨ ਬਾਬਾ ਬੁੱਢਾ ਸਾਹਿਬ ਦੀ ਬੜੀ ਪ੍ਰਸ਼ੰਸਾ ਕੀਤੀ। ਤੇ ਧੰਨ ਭਾਈ ਗੁਰਦਾਸ ਸਾਹਿਬ ਜੀਆਂ ਮਹਾਰਾਜ ਦੇ ਬਚਨ ਸੁਣ ਕਰਕੇ ਖਸ਼ਟ ਗੁਰਨ ਢਿਗ ਇਹੋ ਅਗਵਾਨੀ। ਹੱਥ ਜੋੜ ਕੇ ਆਖਿਆ, ਬਿਲਕੁਲ ਸੱਚੇ ਪਾਤਸ਼ਾਹ ਜੀ, 6 ਗੁਰੂ ਸਾਹਿਬਾਨਾਂ ਦੇ ਅੱਗੇ ਸਿੱਖੀ ਕਮਾਈ ਹੋਈ ਬਾਬਾ ਬੁੱਢਾ ਸਾਹਿਬ ਜੀ ਕੋ ਸੁਧਾਰਨ ਥੋੜਾ। ਇਹਨਾਂ ਨੇ 6 ਗੁਰੂ ਸਾਹਿਬਾਨਾਂ ਤੁਹਾਡੇ ਸਮੇਤ 6 ਪਾਤਸ਼ਾਹੀਆਂ ਦੇ ਅੱਗੇ ਸਿੱਖੀ ਕਮਾਉਣਾ ਕੀਤੀ, ਬੜੀ ਸੇਵਾ ਕੀਤੀ ਹੈ। ਸ਼ੁਭ ਮਤ ਇਨ ਸਮ ਕਿਸ ਕੀ ਕਹੀ ਹੈ। ਤੇ ਸਿੱਖ ਜਗਤ ਅੰਦਰ ਦੱਸੋ ਭਲਾ, ਬਾਬਾ ਬੁੱਢਾ ਸਾਹਿਬ ਵਰਗਾ ਸਿਆਣਾ ਹੈ ਕੋਈ ਹੋਰ ਭਲਾ? ਇਹਨਾਂ ਵਰਗੀ ਮਤ ਹੋਰ ਕਿਸੇ ਵਿੱਚ ਨਹੀਂ ਹੈ। ਨਿਪੁੰਨ ਜਿਤੇਂਦਰੀ ਬਨ ਮਨ ਬਸ ਲਹੀ ਹੈ। ਇਹਨਾਂ ਮਨ ਬਸ ਕੀਤਾ ਹੈ, ਜਾਣਿਆ ਕਰੋ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਇੰਦਰੀਆਂ ਦੇ ਜਤਿੰਦਰ ਹੈ, ਜਿਨ੍ਹਾਂ ਨੇ ਇੰਦਰੇ ਜਿੱਤੇ ਹੋਏ ਵਿਸ਼ੇ ਵਾਸ਼ਨਾ ਤੋਂ ਬਿਰਤੀ ਨੂੰ ਉੱਪਰ ਉਠਾਇਆ ਹੋਇਆ ਹੈ। ਇਨ ਕੀ ਮਸਲਤ ਸਭ ਸੁਖਦਾਈ। ਤੇ ਬਾਬਾ ਬੁੱਢਾ ਸਾਹਿਬ ਦੀ ਸਲਾਹ ਨੇ ਸਦਾ ਹੀ ਗੁਰੂ ਘਰ ਵਿੱਚ ਭਲਾ ਕੀਤਾ। ਇਹਨਾਂ ਦੀ ਸਲਾਹ ਸਾਰਿਆਂ ਦੇ ਸੁਖ ਦੇਣ ਵਾਲੀ ਹੁੰਦੀ ਹੈ। ਦਿੱਲੀ ਚੱਲਣ ਮੋਹਿ ਮਨ ਭਾਈ। ਤੇ ਭਾਈ ਗੁਰਦਾਸ ਜੀ ਵੀ ਕਹਿੰਦੇ, ਪਾਤਸ਼ਾਹ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਵੀ ਤੁਹਾਨੂੰ ਦਿੱਲੀ ਜਾਣਾ ਚਾਹੀਦਾ। ਬਾਬਾ ਬੁੱਢਾ ਸਾਹਿਬ ਦੀ ਸਲਾਹ ਬਿਲਕੁਲ ਸੁਖ ਦੇਣ ਵਾਲੀ ਹੈ। ਇਸ ਮਤ ਤੇ ਸੁਖ ਬਾਸ ਆਵਾਸਾ। ਤੇ ਸਾਨੂੰ ਪਤਾ ਵੀ ਬਾਬਾ ਬੁੱਢਾ ਸਾਹਿਬ ਦੀ ਇਸ ਸਲਾਹ ਤੋਂ ਜੇ ਤੁਸੀਂ ਦਿੱਲੀ ਚਲੇ ਜਾਓ ਤੇ ਸੁਖ ਹੀ ਸੁਖ ਹੋਵੇਗਾ, ਉੱਥੇ ਵੀ ਸੁਖ ਹੋਵੇਗਾ। ਤੇ ਉਸ ਤੋਂ ਬਾਅਦ ਚੰਦੂ ਮਾਰਨ ਤੋਂ ਬਾਅਦ ਸੁੱਖਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਆਨੰਦ ਦੇ ਨਾਲ ਸੰਗਤਾਂ ਵੀ ਰਹਿਣਗੀਆਂ, ਛੱਡਣਾ ਨਹੀਂ ਪਵੇਗਾ। ਤੇ ਤੁਸੀਂ ਤੁਹਾਡੇ ਸਿੱਖ ਪਰਿਵਾਰ ਸਮੇਤ ਇੱਥੇ ਆਨੰਦ ਮਾਣਿਆ ਕਰਨਗੇ। ਦੁਤੀਏ ਚੰਦੂ ਦੁਸ਼ਟ ਬਿਨਾਸਾ। ਤੇ ਦੂਜਾ ਮਹਾਰਾਜ ਲਾਭ ਇਹ ਹੈ ਦਿੱਲੀ ਜਾਣ ਦਾ ਵੀ ਚੰਦੂ ਦੁਸ਼ਟ ਨੂੰ ਮਾਰਨ ਦਾ ਬੜਾ ਮੌਕਾ ਬਣਿਆ, ਤੇ ਇਹ ਛੱਡਣਾ ਨਹੀਂ ਚਾਹੀਦਾ, ਚੰਦੂ ਦਾ ਨਾਸ਼ ਹੋ ਜਾਵੇਗਾ। ਤ੍ਰਿਤੀਏ ਸਪਥ ਕਰਹਾਂਗੇ ਪੂਰੀ। ਤੇ ਤੀਜੀ ਪਾਤਸ਼ਾਹ ਤੁਸੀਂ ਆਪਦੀ ਪ੍ਰਤੱਗਿਆ ਵੀ ਜਿਹੜੀ ਨੱਕ 'ਚ ਨੱਥ ਪਾਉਣ ਦੀ ਪੂਰੀ ਕਰ ਲਵੋਗੇ। ਮਿਲਣ ਸ਼ਾਹ ਸੋ ਹਵੈ ਬਿਦਰੂਰੀ। ਇਸ ਲਈ ਪਾਤਸ਼ਾਹ ਚੰਗੀ ਵਿਧੀ ਹੈ, ਬਾਦਸ਼ਾਹ ਦੇ ਨਾਲ ਮਿਲ ਕੇ ਤੁਹਾਨੂੰ ਚੰਗੀ ਸੋਹਣੀ ਇਹ ਵਿਧੀ ਅਪਣਾਉਣੀ ਚਾਹੀਦੀ ਆ, ਮਿਲਣਾ ਚਾਹੀਦਾ ਹੈ। ਕਰਤ ਆਨੰਦ ਬਿਲੰਦ ਬਿਲਾਸਾ। ਤੇ ਮਹਾਰਾਜ ਕਹਿੰਦੇ, ਹੇ ਮਾਤਾ ਜੀ ਬਿਲਕੁਲ ਠੀਕ ਹੈ। ਬਾਬਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਬਾਬਾ ਬੁੱਢਾ ਸਾਹਿਬ ਦੇ ਬਚਨ ਚੰਗੇ ਆ, ਮਹਾਰਾਜ ਮਿਲ ਲੈਣ ਜੇ ਬਾਦਸ਼ਾਹ ਜਹਾਂਗੀਰ ਨੂੰ ਤੇ ਚੰਗੀ ਵਿਧੀ ਆ, ਸੁੰਦਰ, ਮੈਨੂੰ ਵੀ ਇਹ ਸਲਾਹ ਚੰਗੀ ਲੱਗੀ ਹੈ। ਕਰਤ ਆਨੰਦ ਬਿਲੰਦ ਬਿਲਾਸਾ। ਉੱਥੋਂ ਆਨੰਦ ਸਹਿਤ ਫਿਰ ਵਾਪਸ ਆ ਜਾਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਦਾ ਨਾਸ਼ ਕਰਨ ਤੋਂ ਬਾਅਦ। ਤੇ ਇੱਥੇ ਅੰਮ੍ਰਿਤਸਰ ਸਾਹਿਬ ਆ ਕਰਕੇ ਆਏ ਸੁਧਾ ਸਰ ਬਾਸਹਿ ਬਾਸਾ। ਆ ਕੇ ਆਨੰਦ ਦੇ ਨਾਲ ਇੱਥੇ ਅੰਮ੍ਰਿਤਸਰ ਸਾਹਿਬ ਖੁਸ਼ੀਆਂ ਮਨਾਵਾਂਗੇ। ਜਦੋਂ ਚੰਦੂ ਦੇ ਨੱਕ 'ਚ ਨੱਥ ਪਾ ਕੇ ਮਾਰ ਮੁਕਾਇਆ ਤੇ ਫਿਰ ਅੰਮ੍ਰਿਤਸਰ ਰਹਿਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਆਨੰਦ ਦੇ ਨਾਲ, ਸਾਨੂੰ ਸਿੱਖਾਂ ਨੂੰ ਖੁਸ਼ੀਆਂ ਬਖਸ਼ਣਗੇ। ਸ਼੍ਰੀ ਗੰਗਾ ਸੁਨ ਮਨ ਹਰ ਖਾਨੀ। ਤੋਂ ਬਾਬਾ ਬੁੱਢਾ ਸਾਹਿਬ ਤੋਂ ਬਾਅਦ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਮਾਤਾ ਗੰਗਾ ਜੀ ਮਨ ਕਰਕੇ ਖੁਸ਼ ਹੋ ਗਏ ਹਨ। ਇਹ ਸਭ ਵੱਡਿਆਂ ਕੇ ਇਸ ਥਾਨੀ। ਤੇ ਕਹਿਣ ਲੱਗੇ ਸੰਗਤ ਨੂੰ ਵੀ ਸਾਨੂੰ ਇਹਨਾਂ ਦੇ ਬਚਨ ਮੰਨਣੇ ਚਾਹੀਦੇ ਆ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਇਹ ਵੱਡਿਆਂ ਦੇ ਸਥਾਨ ਹਨ, ਬੜੇ ਪੁਰਾਣੇ ਤੇ ਵੱਡੇ, ਉਮਰ ਵਿੱਚ ਵੀ ਸਿਆਣੇ ਸਿੱਖ ਹਨ। ਇਨ ਕੋ ਕਹਿਨ ਕਰਨ ਹੀ ਬਨੈ। ਜੋ ਇਹ ਬਚਨ ਇਹ ਕਹਿੰਦੇ ਆ ਉਹੀ ਕਰਨਾ ਬਣਦਾ, ਹੋਰ ਨਹੀਂ।
ਭਾਵ ਇਹਨਾਂ ਦੇ ਕਹੇ ਹੋਏ ਬਚਨ ਹੀ ਜਿਹੜੇ ਮੰਨਣੇ ਚਾਹੀਦੇ ਆ, ਚੰਗੀ ਸਲਾਹ ਇਹਨਾਂ ਦਿੱਤੀ ਹੈ। ਸ਼ੁਭ ਸਭ ਹੋਏ ਜਥਾ ਬਚਪਨੈ। ਤੇ ਸ਼ੁਕਰ ਗੁਰੂ ਰਾਮਦਾਸ ਮਹਾਰਾਜ ਜੀ ਦਇਆ ਕਰਨ, ਇਸ ਤਰ੍ਹਾਂ ਹੀ ਹੋਵੇ ਜਿਵੇਂ ਇਹਨਾਂ ਨੇ ਆਖਿਆ ਹੈ। ਹਾਂ ਵਜੀਰ ਜਿਮ ਜੁਗਤ ਬਤਾਵੈ। ਤੇ ਫਿਰ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਪੁੱਤਰ ਵੀ ਆਪਾਂ ਮਹਿਲ 'ਚ ਕਦੇ ਗਏ ਨਹੀਂ ਅੱਜ ਤੱਕ, ਤੇ ਉੱਥੇ ਵੱਡੀਆਂ ਗੱਲਾਂ ਬਾਤਾਂ, ਵੱਡੀਆਂ ਸਾਜ਼ਿਸ਼ਾਂ ਹੁੰਦੀਆਂ, ਰਾਜਿਆਂ ਦੇ ਮਹਿਲਾਂ ਦੇ ਅੰਦਰ ਬੜੇ ਵੱਡੇ ਵੱਡੇ ਨਾਗ ਬੈਠੇ ਹੁੰਦੇ ਹੈ, ਤੇ ਜਿਹੜਾ ਵਜ਼ੀਰ ਖਾਂ ਉਹ ਗੁਰੂ ਘਰ ਦਾ ਸ਼ਰਧਾਲੂ ਹੈ ਜਿਹੜਾ ਤੁਹਾਨੂੰ ਲੈਣ ਆਇਆ ਹੈ, ਤੇ ਤੁਸੀਂ ਇਹਦੀ ਸਲਾਹ ਨਾਲ ਚੱਲਣਾ, ਭਾਵ ਜਿਵੇਂ ਉੱਥੇ ਤੁਹਾਨੂੰ ਇਹ ਕੋਈ ਤਰਕੀਬ, ਕਿਉਂਕਿ ਵਜ਼ੀਰ ਖਾਂ ਨੂੰ ਪਤਾ ਹੈ ਵੀ ਕਿਹੜਾ ਬੰਦਾ ਕਿਵੇਂ ਦਾ ਉੱਥੇ, ਤੋ ਇਸ ਕਰਕੇ ਇਹ ਪੁੱਤਰ ਹਰਗੋਬਿੰਦ ਸਾਹਿਬ ਜੀ ਆਪ ਜੀ ਵਜ਼ੀਰ ਖਾਂ ਦੀ ਦੱਸੀ ਹੋਈ ਜੁਗਤ ਦੇ ਅਨੁਸਾਰ ਚੱਲਣਾ ਹੈ। ਮਿਲਨ ਸ਼ਾਹ ਸੋ ਤਿਮ ਬਨ ਆਵੈ। ਤੇ ਉਸੇ ਤਰ੍ਹਾਂ ਹੀ ਬਾਦਸ਼ਾਹ ਜਹਾਂਗੀਰ ਨੂੰ ਮਿਲਣਾ ਜਿਵੇਂ, ਤੇ ਜਦੋਂ ਜਿੱਥੇ ਇਹ ਵਜ਼ੀਰ ਖਾਂ ਤੁਹਾਨੂੰ ਆਖੇਗਾ। ਨਿਤ ਪ੍ਰਤ ਨਿਕਟ ਹਕਾਰਨ ਕਰੀਐ। ਤੇ ਇਹਨੂੰ ਸਦਾ ਆਪਦੇ ਪਾਸ ਰੱਖਣਾ, ਉੱਥੇ ਇਹਦੀ ਥੋੜਾ ਜਿਹਾ ਨੇੜਾ ਰੱਖਣਾ, ਵਜ਼ੀਰ ਖਾਂ ਨੂੰ ਆਪਦੇ ਕੋਲ ਰੱਖ ਲੈਣਾ। ਦਾਨ ਮਾਣ ਦੇ ਤੋਸਣ ਧਰੀਐ। ਤੇ ਬਾਕੀ ਗੁਰੂ ਘਰ ਦਾ ਸ਼ਰਧਾਲੂ ਸਿੱਖ ਹੈ, ਵਜ਼ੀਰ ਖਾਂ ਨੂੰ ਦਾਨ ਮਾਣ ਦੇ ਕੇ, ਸਤਿਕਾਰ ਦੇ ਕੇ, ਤੇ ਕੋਈ ਦਾਨ ਭੇਟਾ ਦੇ ਕਰਕੇ ਇਹਨੂੰ ਪ੍ਰਸੰਨ ਕਰਕੇ ਰੱਖਿਆ ਜੇ। ਤੁਰਕਣ ਗਣ ਮਹਿ ਅਤ ਹਿਤਕਾਰੀ। ਕਿਉਂਕਿ ਤੁਰਕਾਂ ਸਾਰਿਆਂ ਦੇ ਵਿੱਚ ਇੱਕੋ ਇੱਕ ਹੀ, ਕਿਉਂਕਿ ਸਾਰੇ ਤੁਰਕ ਜਿਹੜੇ ਆ ਗੁਰੂ ਘਰ ਦੇ ਵੈਰੀ ਬਣੇ ਹੋਏ ਆ, ਉਹਨਾਂ ਸਾਰਿਆਂ ਤੁਰਕਾਂ ਦੇ ਵਿੱਚ ਇੱਕੋ ਇੱਕ ਹੀ ਬੰਦਾ ਜਿਹੜਾ ਉਹ ਤੁਹਾਡੇ ਚਰਨਾਂ ਦਾ ਪ੍ਰੇਮ ਕਰਨ ਵਾਲਾ ਵਜ਼ੀਰ ਖਾਂ ਹੈ। ਰਾਖਾ ਮੇਲ ਰਹਿ ਅਨੁਸਾਰੀ। ਇਹਦਾ ਮੇਲ ਰੱਖਣਾ, ਤੁਸੀਂ ਪ੍ਰੇਮ ਕਰਨਾ ਗੁਰੂ ਹਰਗੋਬਿੰਦ ਸਾਹਿਬ ਜੀ, ਤਾਂ ਕਿ ਤੁਹਾਡੇ ਅਨੁਸਾਰੀ ਰਵੇ, ਤੁਹਾਡੇ ਕਹੇ ਵਿੱਚ ਰਹੇ ਜੀ। ਸਕਲ ਸ਼ਾਹ ਸੋ ਬ੍ਰਿਥਾ ਜਨਾਵੇ। ਤੇ ਆਪੇ ਬਾਦਸ਼ਾਹ ਜਹਾਂਗੀਰ ਨੂੰ ਇਹ ਸਾਰੀ ਗੱਲਬਾਤ ਦੱਸ ਦੇਵੇਗਾ। ਆਛੇ ਕਹਿ ਕਹਿ ਤੁਮਹਿ ਮਿਲਾਵੇ। ਤੇ ਤੁਹਾਡੀ ਬਾਬਤ ਚੰਗੀਆਂ ਗੱਲਾਂ ਕਰ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਤੁਹਾਡੇ ਨਾਲ ਮਿਲਾ ਦੇਵੇਗਾ, ਗੱਲਬਾਤ ਕਰਵਾਵੇਗਾ। ਇਮ ਮਸਲਤ ਕਰ ਸ਼੍ਰੀ ਗੁਰ ਤਬੈ। ਤੋ ਮਾਤਾ ਗੰਗਾ ਜੀਆਂ ਵੀ ਆਪਣੀ ਸਲਾਹ ਦੇ ਦਿੱਤੀ ਵੀ ਵਜ਼ੀਰ ਖਾਂ ਨੂੰ ਨੇੜੇ ਰੱਖਣਾ ਉੱਥੇ ਦਿੱਲੀ ਜਾ ਕੇ, ਕਿਉਂਕਿ ਜਾਣਦਾ ਮਹਿਲ ਦੇ ਸਾਰੇ ਚੰਗੇ ਮਾੜੇ ਬੰਦਿਆਂ ਨੂੰ। ਇਹ ਮਾਤਾ ਗੰਗਾ ਜੀ ਨੇ ਬਚਨ ਕਹੇ। ਇਸ ਤਰ੍ਹਾਂ ਦੀ ਸਲਾਹ ਗੁਰੂ ਪਾਤਸ਼ਾਹ ਦੇ ਘਰ ਵਿੱਚ ਜਦੋਂ ਹੋਈ ਹੈ। ਉੱਠੇ ਗਏ ਨਿਜ ਨਿਜ ਥਲ ਸਬੈ। ਤੋ ਸਾਰੇ ਸੰਗਤਾਂ ਜਿਹੜੇ ਸਿੱਖ ਆਏ ਹੋਏ ਸਨ ਆਪੋ ਆਪਣੇ ਤੰਬੂਆਂ ਘਰਾਂ ਨੂੰ ਚਲੇ ਗਏ ਹਨ। ਸੁਪਤ ਜਖਾ ਸੁਖ ਨਿਸਾ ਬਿਤਾਈ। ਤੋ ਜਥਾ ਸੁਖ ਸਾਰੀ ਸੰਗਤ ਜਿਹੜੀ ਇੱਥੇ ਇਕੱਠੀ ਹੋਈ ਸੀ ਮਹਾਰਾਜ ਦੇ ਘਰ ਰਾਤ ਬਤੀਤ ਕੀਤੀ ਹੈ। ਜਾਗੇ ਜਬ ਪ੍ਰਭਾਤ ਹੋਏ ਆਈ। ਤੋ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਗੇ ਹਨ ਤਿਆਰ ਬਰ ਤਿਆਰ ਹੋਣ ਲਈ। ਸੌਚ ਇਸ਼ਨਾਨ ਕੀਨ ਬਿਧ ਆਛੇ। ਸ਼ੌਚਾਚਾਰ ਦੀ ਕਿਰਿਆ ਸੋਧ ਕੇ ਮਹਾਰਾਜ ਨੇ ਭਲੀ ਪ੍ਰਕਾਰ ਇਸ਼ਨਾਨ ਪਾਣੀ ਕੀਤਾ ਹੈ। ਸਭਾ ਲਾਏ ਬੈਠੇ ਕਹਿ ਪਾਛੇ। ਤੇ ਮਹਾਰਾਜ ਫਿਰ ਅਕਾਲ ਤਖਤ ਸਾਹਿਬ ਤੇ ਪਹੁੰਚੇ। ਮਹਾਨ ਤਖਤ ਤੇ ਸਜ ਕੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਫਿਰ ਅਗਲੇ ਦਿਨ ਤੜਕੇ ਸਭਾ ਸਜਾ ਲਈ ਹੈ। ਖਾਂ ਵਜ਼ੀਰ ਕੋ ਆਨ ਹਕਾਰੇ। ਤੇ ਮਹਾਰਾਜ ਨੇ ਸਿੱਖ ਨੂੰ ਭੇਜਿਆ ਵੀ ਜਾਓ ਵਜ਼ੀਰ ਖਾਂ ਨੂੰ ਸਾਡੇ ਪਾਸ ਸੱਦ ਕੇ ਲੈ ਕੇ ਆਓ। ਕਹਾ ਜਾਏ ਥਿਤ ਸਭਾ ਮਝਾਰੇ। ਤੇ ਜਾ ਕੇ ਕਹੋ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਸਭਾ 'ਚ ਬੁਲਾਉਂਦੇ ਆ, ਭਾਵ ਅਕਾਲ ਤਖਤ ਸਾਹਿਬ ਦੇ ਤਖਤ ਤੇ ਸੱਜ ਚੁੱਕੇ ਹਨ, ਉੱਥੇ ਪਹੁੰਚਣਾ ਕਰੇ। ਹੁਕਮ ਸੁਣਤ ਨਰ ਤੂਰਨ ਗਇਓ। ਮਹਾਰਾਜ ਦਾ ਹੁਕਮ ਸੁਣ ਕੇ ਇੱਕ ਸਿੱਖ ਬੜਾ ਛੇਤੀ ਨਾਲ ਵਜ਼ੀਰ ਖਾਂ ਦੇ ਤੰਬੂ ਵਿੱਚ ਗਿਆ ਹੈ। ਡੇਰੇ ਜਾਏ ਨਿਹਾਰਤ ਭਇਓ। ਜਾ ਉਹਦੇ ਡੇਰੇ 'ਚ ਪਹੁੰਚਿਆ ਤੇ ਵਜ਼ੀਰ ਖਾਂ ਨੂੰ ਵੇਖਿਆ ਮਿਲਿਆ ਹੈ। ਸਤਿਗੁਰ ਕਰਿਓ ਯਾਦ ਤੁਝ ਤਾਈ। ਆਖਿਆ ਹੈ ਵਜ਼ੀਰ ਖਾਂ ਤੁਹਾਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਯਾਦ ਕੀਤਾ ਵੈ। ਗਮ ਨਹ ਬੈਠੇ ਸਭਾ ਲਗਾਈ। ਸਤਿਗੁਰੂ ਸਭਾ ਲਗਾ ਕੇ ਬਹਿ ਗਏ, ਦੀਵਾਨ ਸਜ ਗਿਆ ਪਾਤਸ਼ਾਹ ਦਾ। ਤੇ ਦਰਸ਼ਨੀ ਡਿਓੜੀ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੇ ਸਨਮੁਖ ਆਪ ਜੀ ਪਹੁੰਚਣਾ ਕਰੋ, ਤੁਹਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਯਾਦ ਕੀਤਾ ਹੈ। ਕਰ ਉਰ ਹਰਖ ਪਹਿਰ ਪਟ ਆਛੇ। ਤੋ ਵਜ਼ੀਰ ਖਾਂ ਸਾਧ ਸੰਗ ਜੀ ਬੜਾ ਖੁਸ਼ ਹੋਇਆ। ਸੁੰਦਰ ਵਸਤਰ ਪਹਿਨੇ,
ਵੀ ਮੈਨੂੰ ਮੇਰੇ ਪ੍ਰੀਤਮ ਗੁਰੂ ਹਰਗੋਬਿੰਦ ਸਾਹਿਬ ਨੇ ਯਾਦ ਕੀਤਾ ਹੈ। ਚੱਲ ਆਇਓ ਤਿਮ ਨਰਕੇ ਪਾਛੇ। ਤੋ ਜਿਹੜਾ ਸਿੱਖ ਲੈਣ ਗਿਆ ਉਹਦੇ ਨਾਲ ਹੀ ਤਿਆਰ ਹੋ ਕੇ ਵਜ਼ੀਰ ਖਾਂ ਆਣ ਪਹੁੰਚਿਆ ਹੈ। ਕਿੰਚ ਬੇਗ ਲੀਨਾ ਨਿਜ ਸਾਥ। ਇੱਕ ਕਿੰਚ ਬੇਗ ਜਿਹੜਾ ਵਜ਼ੀਰ ਖਾਂ ਨੇ ਜਹਾਂਗੀਰ ਨੇ ਭੇਜਿਆ ਸੀ ਨਾ ਬਾਦਸ਼ਾਹ ਨੇ, ਤੋ ਇਹ ਵੀ ਇਸ ਵਜ਼ੀਰ ਖਾਂ ਦੇ ਨਾਲ ਆਇਆ ਹੈ। ਦਰਸੇ ਜਾਏ ਸਤਿਗੁਰੂ ਨਾਥ। ਇਹਨਾਂ ਦੋਵਾਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਾਲਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਅੰਮ੍ਰਿਤ ਵੇਲੇ। ਬੰਦੇ ਹੱਥ ਬੰਦਗੀ ਕੀਨ। ਦੋਵੇਂ ਹੱਥ ਬੰਨ ਕਰਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਗੁਰ ਕੇ ਕਹੇ ਗਇਓ ਆਸੀਨ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਬਹਿ ਜਾਓ ਸਭਾ ਦੇ ਅੰਦਰ। ਤੋ ਵਜ਼ੀਰ ਖਾਂ ਕਿੰਚਤ ਵੇਗ ਵਰਗੇ ਚੌਂਕੜਾ ਮਾਰ ਕੇ ਅੱਗੇ ਬੈਠ ਗਏ ਮਹਾਰਾਜ ਦੇ ਚਰਨਾਂ ਪਾਸ। ਕਿੰਚ ਬੇਗ ਕਰ ਜੋਰ ਉਚਾਰਾ। ਤੇ ਹੱਥ ਜੋੜ ਕੇ ਜਿਹੜਾ ਕਿੰਚ ਬੇਗ ਆਇਆ ਹੈ ਇਹ ਮਹਾਰਾਜ ਨੂੰ ਕਹਿਣ ਲੱਗਿਆ ਬੇਨਤੀ ਪੂਰਵਕ, ਹਜਰਤ ਬਾਂਛਤ ਦਰਸ ਤੁਮਾਰਾ। ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਜਹਾਂਗੀਰ ਸੱਚੀ ਦਿਲੋਂ ਤੁਹਾਡਾ ਦਰਸ਼ਨ ਕਰਿਆ ਚਾਹੁੰਦਾ ਹੈ। ਸ਼੍ਰੀ ਅਰਜਨ ਕੋ ਸਿਮਰਤ ਰਹਿਓ। ਤੇ ਉਹ ਬਾਦਸ਼ਾਹ ਜਹਾਂਗੀਰ ਵੀ ਹੁਣ ਕੁਝ ਕੁ ਦਿਨਾਂ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸਿਮਰਦਾ ਰਹਿੰਦਾ, ਯਾਦ ਕਰਦਾ ਰਹਿੰਦਾ ਹੈ। ਕਰ ਕਰ ਪ੍ਰੇਮ ਸੁਜਸ ਬਹੁ ਕਹਿਓ। ਬੜਾ ਪ੍ਰੇਮ ਕਰਦਾ ਹੈ। ਪ੍ਰੇਮ ਕਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਬੜੀ ਵਡਿਆਈ ਸੋਭਾ ਆਪਦੇ ਮੂੰਹੋਂ ਕਹਿੰਦਾ ਬਾਦਸ਼ਾਹ, ਬਹੁਤ ਵਾਰ ਅਸੀਂ ਸੁਣਿਆ ਹੈ। ਸੁਣੀ ਕੁਟਲਤਾ ਚੰਦੂ ਕੇਰੀ। ਕਿਉਂਕਿ ਚੰਦੂ ਦੀ ਟੇਢਤਾਈ ਜਿਹੜੀ ਨਾ, ਕੁਟਲਤਾ ਕੀਤਾ ਹੋਇਆ ਪਾਪ ਜਹਾਂਗੀਰ ਬਾਦਸ਼ਾਹ ਨੇ ਸੁਣ ਲੈਣਾ ਕੀਤਾ, ਉਹਨੂੰ ਪਤਾ ਲੱਗ ਚੁੱਕਾ ਹੈ। ਹਿਰਦੇ ਵਿਸੂਰਤ ਭਾ ਬਹੁ ਬੇਰੀ। ਤੇ ਬੜੇ ਝੁਰਦਾ ਪਛੋਤਾਉਂਦਾ ਬਾਦਸ਼ਾਹ ਜਹਾਂਗੀਰ ਵੀ ਅਸੀਂ ਕਿਉਂ ਚੰਦੂ ਦੇ ਘਰ ਵਿੱਚ ਗੁਰੂ ਸਾਹਿਬ ਦਾ ਉਤਾਰਾ ਕਰਵਾਇਆ, ਸਾਨੂੰ ਪਤਾ ਨਹੀਂ ਸੀ ਚੰਦੂ ਇਸ ਤਰ੍ਹਾਂ ਕਰੇਗਾ। ਤੋ ਬਾਦਸ਼ਾਹ ਜਹਾਂਗੀਰ ਵੀ ਮਹਾਰਾਜ ਬਹੁਤ ਝੁਰਦਾ ਹੈ, ਬੜਾ ਪਛੋਤਾਉਂਦਾ ਹੈ। ਤੁਮ ਤੇ ਸੁਣ ਹੈ ਬ੍ਰਿਤਾਂਤ ਜੋ ਸਾਰਾ। ਤੋ ਤੁਹਾਡੇ ਤੋਂ ਸਾਰੇ ਦਾ ਸਾਰਾ ਜੇ ਬਰਤਾਂਤ ਜਹਾਂਗੀਰ ਬਾਦਸ਼ਾਹ ਜੇ ਸੁਣ ਲਵੇਗਾ ਨਾ, ਸ਼ੱਕ ਤਾਂ ਉਹਨੂੰ ਚੰਦੂ ਤੇ ਪਹਿਲਾਂ ਹੀ ਹੈ। ਤੋ ਜੇ ਤੁਹਾਥੋਂ ਸਾਰਾ ਬਰਤਾਂਤ ਤੁਹਾਡੇ ਮੁਖੋਂ ਸੁਣ ਲਿਆ, ਕਿਉਂਕਿ 5 ਸਿੱਖਾਂ ਜੋ ਤੁਹਾਨੂੰ ਦੱਸਿਆ ਹੈ, ਸਿਰ ਤੇ ਚਾਹੇ ਫਰਜ ਤੋ ਹੱਥ ਉਤਾਰਾ। ਤੇ ਫਿਰ ਉਹ ਵੀ ਮਹਾਰਾਜ ਆਪਦੇ ਸਿਰ ਤੋਂ ਕਰਜ਼ਾ ਉਤਾਰਿਆ, ਫਰਜ਼ ਉਤਾਰਿਆ ਚਾਹੁੰਦਾ, ਕਿਉਂਕਿ ਬਾਦਸ਼ਾਹ ਦਾ ਫਰਜ਼ ਹੁੰਦਾ ਨਿਆਂ ਕਰੇ। ਤੋ ਇਹ ਬਾਦਸ਼ਾਹ ਚੁਸਤ ਹੁੰਦੇ ਆ। ਚੰਦੂ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਵੀ ਕਰਵਾ ਦਿੱਤਾ ਜਹਾਂਗੀਰ ਬਾਦਸ਼ਾਹ ਨੇ, ਤੇ ਆਪ ਪਾਸੇ ਵੀ ਰਹਿ ਗਿਆ। ਤੇ ਜਦੋਂ ਕੋਈ ਗੱਲ ਆਈ ਤੇ ਬਾਦਸ਼ਾਹ ਜਹਾਂਗੀਰ ਨੇ ਸਾਰੀ ਗੱਲ ਚੰਦੂ ਤੇ ਸੁੱਟ ਦਿੱਤੀ ਸੀ, ਕਿਉਂਕਿ ਇੱਕ ਤਾਂ ਹਿੰਦੂ ਸੀ ਤੇ ਅਹੁਦੇ ਉੱਚੇ ਤੇ ਪਹੁੰਚਿਆ ਹੋਇਆ ਸੀ, ਤੇ ਬਾਕੀ ਬਾਦਸ਼ਾਹ ਦੇ ਨਾਲ ਦੇ ਜਿਹੜੇ ਰਹਿਣ ਵਾਲੇ ਮਨੁੱਖ ਸੀ ਉਹਨਾਂ ਵਿੱਚ ਵੀ ਚੰਦੂ ਦਾ ਰਸੂਖ ਵਧਣ ਲੱਗ ਪਿਆ ਸੀ। ਤੋ ਇਹ ਜਿਹੜੇ ਬਾਦਸ਼ਾਹ ਲੋਕ ਹੁੰਦੇ ਇਸ ਤਰ੍ਹਾਂ ਉਹ ਆਪਦਾ ਜਿਹੜਾ ਕੋਈ ਦਰਬਾਰ ਦੇ ਵਿੱਚ ਹੀ ਸ਼ਾਹੀ ਨਿਜ਼ਾਮ ਦੇ ਵਿੱਚ ਕੋਈ ਕੰਡਾ ਬਣਦਾ ਉਹਨੂੰ ਕੱਢ ਦਿੰਦੇ ਆ ਤਰੀਕੇ ਦੇ ਨਾਲ। ਚੰਦੂ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਵੀ ਬਾਦਸ਼ਾਹ ਜਹਾਂਗੀਰ ਨੇ ਕਰਵਾਇਆ ਸੀ, ਪਰ ਹੁਣ ਐ ਜਣਾ ਦਿੱਤਾ ਵੀ ਮੈਨੂੰ ਪਤਾ ਹੀ ਕੁਝ ਨਹੀਂ, ਵੀ ਆਪੇ ਸਾਰੀ ਗੱਲ ਚੰਦੂ ਤੇ ਡਿੱਗੇਗੀ ਤੇ ਅਸੀਂ ਆਖਾਂਗੇ ਵੀ ਚਲੋ ਗੁਰੂ ਹਰਗੋਬਿੰਦ ਸਾਹਿਬ ਜੀ ਝਗੜਾ ਕਿਹੜੀ ਗੱਲ ਦਾ। ਜੇ ਚੰਦੂ ਨੇ ਤੁਹਾਡੇ ਪਿਤਾ ਨੂੰ ਸ਼ਹੀਦ ਕੀਤਾ ਤੇ ਲੈ ਚੰਦੂ ਲੈ ਜਾਓ, ਤੁਸੀਂ ਆਪਦਾ ਪੂਰਾ ਕਰ ਲਓ ਪਲਟਾ, ਕਿਉਂਕਿ ਪਹਿਲਾਂ ਰਿਆਸਤਾਂ ਦੇ ਇਹ ਅਸੂਲ ਹੁੰਦੇ ਸੀ ਵੀ ਜਿਹਨੇ ਤੁਹਾਡਾ ਨੁਕਸਾਨ ਕੀਤਾ ਹੈ ਨਾ, ਤੇ ਉਹ ਜਿਹਦਾ ਦੋਸ਼ੀ ਹੁੰਦਾ ਉਹਨੂੰ ਸੌਂਪ ਦਿੱਤਾ ਜਾਂਦਾ ਸੀ ਵੀ ਤੁਸੀਂ ਆਪਦਾ ਨਵੇੜਾ ਕਰ ਲਓ। ਤੋ ਇਸ ਤਰ੍ਹਾਂ ਇਹ ਜਹਾਂਗੀਰ ਬਾਦਸ਼ਾਹ ਨੇ ਵਿਖਾਈ ਤਾਂ ਬਹੁਤ ਚੁਸਤੀ ਹੈ। ਇਹ ਹੁਣ ਵਿਚਾਰੇ ਜਿਹੜੇ ਕਿੰਚਤ ਬੇਗ ਤੇ ਵਜ਼ੀਰ ਖਾਂ ਵਰਗੇ ਆਏ ਆ, ਇਹ ਮਹਾਰਾਜ ਨੂੰ ਬਾਦਸ਼ਾਹ ਦੀ ਸੋਭਾ ਸੁਣਾਉਂਦੇ ਆ। ਹੁਣ ਕਰਦਾ ਤਾਂ ਜਹਾਂਗੀਰ ਬਾਦਸ਼ਾਹ ਉਤੋਂ ਸੀ ਵੀ ਸਾਰਾ ਭਾਂਡਾ ਮੈਂ ਚੰਦੂ ਤੇ ਹੀ ਭੰਨ ਦਿਆਂ, ਸਾਰੇ ਲੋਕ ਮੇਰੇ ਨਿਆਂ ਤੇ ਉਂਗਲ ਉਠਾਉਂਦੇ ਵੀ, ਕਿਉਂਕਿ ਮੁਸਲਮਾਨ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੂਜਦੇ ਸਨ। ਤੇ ਸਾਈਂ ਮੀਆਂ ਮੀਰ ਜਿਹੜਾ ਸਾਰੇ ਹੀ ਇਸਲਾਮ ਦੇ ਅੰਦਰ, ਸਾਰੇ ਹਿੰਦੁਸਤਾਨ ਅੰਦਰ ਬਹੁਤ ਪ੍ਰਤਾਪੀ ਜਿਹੜਾ ਵਾ ਪੀਰ ਹੋਇਆ। ਤੋ ਮੀਆਂ ਮੀਰ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਦੇ ਸਨ, ਤੇ ਬਾਦਸ਼ਾਹ ਦੇ ਜਹਾਂਗੀਰ ਦੇ ਦਰਬਾਰ 'ਚ ਸਿੱਧੇ ਹੀ ਵੜ ਜਾਂਦੇ ਸੀ, ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਮੀਆਂ ਮੀਰ ਨੂੰ ਰੋਕ ਸਕੇ ਕੋਈ। ਇਹ ਸ਼ਰੇਆਮ ਤਖਤ ਤੇ ਬੈਠੇ ਜਹਾਂਗੀਰ ਨੂੰ ਕਹਿ ਦਿੰਦੇ ਸੀ ਤੇ ਇੱਥੋਂ ਨਿਆਂ ਨਹੀਂ ਹੋਇਆ। ਤੋ ਇਹ ਤੰਗ ਆ ਚੁੱਕਾ ਸੀ ਜਹਾਂਗੀਰ ਬਾਦਸ਼ਾਹ ਵੀ। ਤੋ ਸਾਰੀ ਗੱਲ ਚੰਦੂ ਤੇ ਸੁੱਟਣ ਵਾਸਤੇ ਨੇ 2 ਮਨੁੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਭੇਜ ਦਿੱਤੇ ਹੈ। ਇਹ ਆ ਕੇ ਕਹਿੰਦੇ ਮਹਾਰਾਜ ਵੀ ਅਸੀਂ ਵੇਖਿਆ ਬਾਦਸ਼ਾਹ ਵੀ ਝੁਰਦਾ ਤੇ ਆਪਦਾ ਫਰਜ਼ ਲਾਉਣਾ ਚਾਹੁੰਦਾ ਵੀ ਅਸੀਂ
ਤੁਹਾਡੇ ਹਵਾਲੇ ਚੰਦੂ ਨੂੰ ਕਰਕੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਵਿਗਾੜ ਪਿਆ ਹੋਇਆ ਤੁਹਾਡੇ ਤੇ ਸਾਡੇ ਵਿੱਚੋਂ ਮੇਟ ਦਿੱਤਾ ਜਾਵੇ। ਜਾਂ ਤੇ ਉਚਿਤ ਆਪ ਕੋ ਆਛੇ। ਇਸ ਕਰਕੇ ਇਹ ਪਾਤਸ਼ਾਹ ਜੀ ਤੁਹਾਡਾ ਚੰਗਾ ਹੈ ਦਿੱਲੀ ਜਾਣਾ, ਤੁਸੀਂ ਚਲੇ ਜਾਓ, ਤੁਹਾਡੇ ਵਾਸਤੇ ਇਹੀ ਚੰਗਾ ਹੈ ਪਾਤਸ਼ਾਹ ਜੀਓ। ਦੀਜਹ ਦਰਸ ਸ਼ਾਹੋ ਬਹੁ ਪਾਂਛੇ। ਮਹਾਰਾਜ ਜੀ ਬਾਦਸ਼ਾਹ ਬੜੇ ਤੁਹਾਡੇ ਦਰਸ਼ਨਾਂ ਦੀ ਪਿਆਸ ਰੱਖਦਾ ਹੈ, ਤਾਂਗ ਰੱਖਦਾ ਹੈ। ਪੁਨ ਵਜੀਰ ਖਾਂ ਬਾਕ ਸੁਨਾਵੈ। ਕਿੰਚਦ ਵੇਗ ਤੋਂ ਬਾਅਦ ਫਿਰ ਇਹ ਜਿਹੜਾ ਵਜ਼ੀਰ ਖਾਂ ਹੈ ਇਹਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹਜ਼ਰਤ ਪ੍ਰੇਮ ਸਮੇਤ ਬੁਲਾਵੈ। ਮਹਾਰਾਜ ਸਾਡੇ ਤੇ ਭਰੋਸਾ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਤੁਹਾਨੂੰ ਸੱਚੀ ਦਿਲੋਂ ਸਤਿਕਾਰ ਤੇ ਪ੍ਰੇਮ ਨਾਲ ਸੱਦਾ ਭੇਜ ਰਿਹਾ ਹੈ। ਵੱਡੇ ਗੁਰਨ ਕੋ ਸੁਣਿਓ ਬ੍ਰਿਤਾਂਤ। ਕਿਉਂਕਿ ਉਹਨਾਂ ਨੇ ਜਦੋਂ ਦਾ ਵੱਡੇ ਗੁਰੂ ਸਾਹਿਬਾਨਾਂ ਦਾ ਬਿਰਤਾਂਤ ਪ੍ਰਸੰਗ ਸੁਣਿਆ ਹੈ, ਮੁਖ ਤੇ ਹਾਹ ਕਹੀ ਪਛਤਾਤ। ਤੇ ਬੜੀ ਹਾ ਨਿਕਲੀ ਉਹਨਾਂ ਦੇ ਮੂੰਹੋਂ, ਤੇ ਬੜਾ ਪਛਤਾਉਂਦੇ ਐ ਵੀ ਸਾਡੀ ਹਕੂਮਤ ਨੇ ਇੱਕ ਮਹਾਨ ਪੀਰ ਪੈਗੰਬਰ ਸ਼ਹੀਦ ਕਰ ਦਿੱਤਾ ਹੈ। ਸ਼੍ਰੀ ਨਾਨਕ ਗਾਦੀ ਵੱਡ ਜਨ ਹੈ। ਬਾਕੀ ਬਾਦਸ਼ਾਹ ਮਹਾਰਾਜ ਤੁਹਾਡੇ ਘਰ ਦੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਨੂੰ ਤਖਤ ਆਪਦੇ ਤੋਂ ਵੱਡਾ ਸਮਝਦਾ ਹੈ। ਸਦਾ ਅਦਾਇਬ ਰਾਖ ਬਖਾਨ ਹੈ। ਵੀ ਇਹਨਾਂ ਦੇ ਵੱਡ ਵਡੇਰਿਆਂ ਨੇ ਸਾਡੇ ਵੱਡ ਵਡੇਰਿਆਂ ਨੂੰ ਰਾਜ ਦਿੱਤਾ, ਇਹ ਸੋਚ ਸਮਝ ਕੇ ਬਾਦਸ਼ਾਹ ਤੁਹਾਡੇ ਘਰ ਦਾ ਬੜਾ ਸਤਿਕਾਰ ਅਦਬ ਵੀ ਰੱਖਦਾ ਹੈ। ਕਹਿ ਬਹ ਬਾਰ ਦੋਸ਼ ਗਨ ਚਾਰੀ। ਤੇ ਕਈ ਵਾਰ ਜਿਹੜਾ ਨਾ ਚੰਦੂ ਨੇ ਦੋਸ਼ ਵੀ ਲਾਏ ਹੁਣ ਤੁਹਾਡੇ ਤੇ। ਪਹਿਲਾਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਦੋਸ਼ ਲਾਉਂਦਾ ਸੀ, ਹੁਣ ਚੰਦੂ ਤੁਹਾਡੀ ਬਾਬਤ ਬੜੀਆਂ ਚੁਗਲੀਆਂ ਕਰਦਾ ਹੈ। ਚੁਗਲ ਸ਼ਾਹੋ ਕੀ ਸਮਤ ਬਿਗਾਰੀ। ਤੇ ਉਸ ਚੁਗਲ ਚੰਦੂ ਨੇ ਹੀ ਉਸ ਸਮੇਂ ਬਾਦਸ਼ਾਹ ਜਹਾਂਗੀਰ ਦੀ ਮੱਤ ਮਾਰ ਦਿੱਤੀ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬਾਬਤ ਸਾਜ਼ਿਸ਼ਾਂ ਰਚ ਰਚ ਕੇ ਗੱਲਾਂ ਕਰ ਕਰਕੇ। ਸੋਸ ਕੋ ਕਰਮ ਕੋ ਅਬ ਫਲ ਪਾਵੈ। ਤੇ ਤੁਸੀਂ ਚੱਲੋ ਮਹਾਰਾਜ ਸਾਡੀ ਬੇਨਤੀ ਸੁਣ ਮੰਨ ਕੇ ਦਿੱਲੀ, ਤੇ ਹੁਣ ਚੰਦੂ ਆਪਦੀ ਕੀਤੇ ਹੋਏ ਪਾਪ ਦਾ ਫਲ ਪ੍ਰਾਪਤ ਕਰੇਗਾ। ਦਰੋਹ ਅਕਾਰਨ ਮੂੜ ਉਠਾਵੈ। ਜਿਹੜਾ ਮੂਰਖ ਪਾਪੀ ਚੰਦੂ ਨਰਵੈਰ ਗੁਰੂ ਘਰ ਦੇ ਨਾਲ ਦਰੋਹ ਉਠਾਉਂਦਾ, ਵਿਰੋਧ ਤੇ ਪਾਪ ਉਠਾਉਂਦਾ, ਅਕਾਰਨ ਈਰਖਾ ਕਰਦਾ ਹੈ। ਗੁਰ ਸੰਤਨ ਕੋ ਦਰੋਹੀ ਹੋਏ। ਜਿਹੜਾ ਵੀ ਕੋਈ ਗੁਰੂਆਂ ਦਾ, ਕੋਈ ਸੰਤਾਂ ਦਾ, ਕੋਈ ਨਾਮ ਜਪਣ ਵਾਲਿਆਂ ਦਾ ਦੋਖੀ ਹੁੰਦਾ ਹੈ, ਉਹਨਾਂ ਨੂੰ ਤੰਗ ਕਰਦਾ ਹੈ। ਸਕਹਿ ਬਚਾਏ ਨ ਬਿਧਲਾ ਕੋਏ। ਕਹਿੰਦੇ ਬ੍ਰਹਮੇ ਵਰਗੇ ਵੀ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ। ਜਿਹੜਾ ਸੰਤਾਂ ਭਗਤਾਂ ਨੂੰ ਦੁੱਖ ਦਿੰਦਾ ਉਹਦਾ ਨਾਸ਼ ਹੋਇਆ ਹੀ ਲਓ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਤੋ ਪਾਪੀ ਪੁਰਖ ਨੂੰ ਬ੍ਰਹਮਾ ਵਰਗੇ ਦੇਵਤੇ ਵੀ ਬਚਾ ਨਹੀਂ ਸਕਦੇ ਹਨ। ਅਬ ਕੀ ਜਹ ਚਲ ਬੇ ਕੀ ਤਿਆਰੀ। ਪਾਤਸ਼ਾਹ ਬੇਨਤੀ ਮੰਨੋ ਤੇ ਹੁਣ ਆਪ ਦਿੱਲੀ ਚੱਲਣ ਦਾ ਤਿਆਰਾ ਕਰ ਲਵੋ ਜੀ। ਹਮ ਹਰ ਖਹਿ ਜਬ ਲਿਹੋ ਰਿਪ ਮਾਰੀ। ਅਸੀਂ ਖੁਸ਼ ਹੋਵਾਂਗੇ ਮਹਾਰਾਜ ਜੇ ਤੁਸੀਂ ਚੰਦੂ ਵਰਗੇ ਪਾਪੀ ਨੂੰ, ਚੰਦੂ ਵਰਗੇ ਕਲੰਕ ਨੂੰ ਧਰਤੀ ਤੋਂ ਸਾਫ਼ ਕਰ ਦਿਓ ਨਾ, ਤੇ ਸੱਚ ਜਾਣੂ ਜਿੰਨੀ ਖੁਸ਼ੀ ਸਾਨੂੰ ਹੋਊਗੀ ਓਨੀ ਕਿਸੇ ਨੂੰ ਨਹੀਂ ਹੋਣੀ ਹੈ। ਕਿਰਪਾ ਦ੍ਰਿਸ਼ਟ ਤੇ ਦੇਖ ਗੁਸਾਈ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਣ ਕੇ ਇਹਨਾਂ ਦੇ ਬਚਨ ਤੇ ਬੜੀ ਮਿਹਰ ਭਰੀ ਨਿਗਾਹ ਦੇ ਨਾਲ ਵੇਖਿਆ ਹੈ। ਬੋਲਤ ਮੰਦ ਮੰਦ ਮੁਸਕਾਈ। ਹੱਸਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਤਾਈਂ ਕਹਿਣ ਲੱਗੇ ਐ, ਸਤਿਗੁਰ ਘਰ ਕੋ ਤੂੰ ਸਿੱਖ ਹੈ। ਉਹ ਵਜ਼ੀਰ ਖਾਂ, ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਸਿੱਖ ਸੇਵਕ ਹੈ, ਬੜੀ ਸ਼ਰਧਾ ਰੱਖਦਾ ਹੈ। ਅਪਰ ਦੁਸ਼ਟ ਚੰਦੂ ਹਿਤ ਚਾਹੈ। ਪਰ ਤੂੰ ਕੱਲਾ ਹੀ ਹੈ ਨਾ ਉੱਥੇ, ਹੋਰ ਤਾਂ ਜਿੰਨੇ ਵੀ ਬਾਦਸ਼ਾਹ ਦੇ ਘਰ ਵਿੱਚ ਅਹਿਲਕਾਰ ਹੈ ਉਹ ਸਾਰੇ ਚੰਦੂ ਦਾ ਹਿੱਤ ਕਰਦੇ ਹੈ। ਤੂੰ ਕੱਲਾ ਸਾਡਾ ਪੱਖ ਕਰਨ ਵਾਲਾ ਹੈ, ਬਾਕੀ ਸਾਰੇ ਚੰਦੂ ਦਾ ਪੱਖ ਕਰਨ ਵਾਲੇ ਐ। ਗਣ ਤੁਰਕਣ ਬਣ ਤਾਂ ਬਣ ਬੰਸ ਵਿਸਾਲੂ। ਜਿੰਨੇ ਤੁਰਕ ਹੈ ਨਾ ਮਹਾਰਾਜ ਕਹਿੰਦੇ ਸਾਰੇ ਵਾਂਸਾਂ ਵਰਗੇ ਹੈ। ਵਾਂਸਾਂ ਦਾ ਜਿਵੇਂ ਜੰਗਲ ਹੁੰਦਾ ਹੈ, ਜਿੰਨੇ ਤੁਰਕ ਹੈ ਉਹ ਸਾਰੇ ਬਾਂਸਾਂ ਦੇ ਜੰਗਲ ਵਰਗੇ ਆ, ਜਿਹੜੇ ਜਹਾਂਗੀਰ ਦੇ ਦਰਬਾਰ 'ਚ ਵੱਡੇ ਵੱਡੇ ਅਹਿਲਕਾਰ ਬੈਠੇ ਹਨ। ਤੋ ਸਮ ਸਫਲਿਓ ਕੋਏ ਰਸਾਲੂ। ਤੇ ਤੂੰ ਕੱਲਾ ਹੀ ਅੰਬ ਦਾ ਬੂਟਾ ਹੈ, ਵਾਂਸਾਂ ਦੇ ਵਿੱਚ ਤੂੰ ਕੱਲਾ ਹੀ ਅੰਬ ਦਾ ਬੂਟਾ, ਮਿੱਠੇ ਅੰਬਾਂ ਦਾ ਰਸ ਦਾ ਆਲੂ ਕਹੀਏ ਘਰ, ਤੂੰ ਅੰਬ ਦੇ ਬੂਟੇ ਵਰਗਾ ਕੱਲਾ ਹੀ ਆ ਰਸ ਦੇਣ ਵਾਲਾ, ਬਾਕੀ ਸਾਰੇ ਵਾਂਸਾਂ ਵਰਗੇ ਮਾਣ ਹੰਕਾਰ ਦੇ ਮਾਰੇ ਹੋਏ ਹਨ। ਔਰ ਸ਼ਰਧਾ ਪਿਖ ਪ੍ਰੇਮ ਬਛੇ ਬਡੇਰਾ। ਇਸ ਲਈ ਤੇਰੇ ਮਨ ਦੀ ਸ਼ਰਧਾ ਵੇਖ ਕੇ, ਤੇਰੇ ਹਿਰਦੇ ਵਿੱਚ ਬਹੁਤਾ ਪ੍ਰੇਮ ਅਸਾਂ ਵੇਖ ਕਰਕੇ ਮਾਨ ਸਹਿਤ ਮਾਨਿਓ ਬਚ ਤੇਰਾ। ਲੈ ਜਾ ਵਜ਼ੀਰ ਖਾਂ, ਅਸੀਂ ਮਾਣ ਦੇ ਨਾਲ ਤੇਰਾ ਬਚਨ ਮੰਨਦੇ, ਤੇਰਾ ਸਤਿਕਾਰ ਰੱਖਦੇ ਆ ਆਏ ਦਾ,
ਤੇ ਅਸੀਂ ਆਏ ਸਿੱਖ ਦੀ ਲਾਜ ਰੱਖਦੇ ਹਾਂ। ਤੇਰਾ ਵੀ ਵਚਨ ਮੰਨ ਕੇ ਅਸੀਂ ਦਿੱਲੀ ਜਾਣ ਨੂੰ ਹਾਂ ਕਰਦੇ ਹਾਂ, ਜ਼ਰੂਰ ਪਹੁੰਚਾਂਗੇ। ਦਿੱਲੀ ਕੋ ਕਰ ਹੈ ਪ੍ਰਸਥਾਨਾ, ਤੇਰੇ ਕਹੇ ਤੇ ਅਸੀਂ ਜ਼ਰੂਰ ਦਿੱਲੀ ਨੂੰ ਚਾਲਾ ਪਾਵਾਂਗੇ, ਬਿਫਲ ਨ ਤੋਰ ਆਗਮਨ ਠਾਨਾ। ਕਿਉਂਕਿ ਅਸੀਂ ਤੇਰਾ ਆਉਣਾ ਬੇਫਲ ਨਹੀਂ ਜਾਣ ਦਿਆਂਗੇ। ਤੂੰ ਦੂਰੋਂ ਚੱਲ ਕੇ ਆਇਆ, ਤੇਰੇ ਚੱਲ ਕੇ ਆਏ ਦੀ ਲਾਜ ਰੱਖਾਂਗੇ। ਸੁਣਤ ਬੰਦਗੀ ਕਰ ਹਰ ਖਾਇਓ, ਤੇ ਬੜਾ ਇਹ ਖੁਸ਼ ਹੋਇਆ ਸਾਧ ਸੰਗਤ ਜੀ। ਵਜ਼ੀਰ ਖਾਂ ਮਹਾਰਾਜ ਦੇ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਗਰੀਬ ਨਵਾਜ ਦੇ ਚਰਨੀ ਡਿੱਗ ਪਿਆ, ਮੱਥਾ ਟੇਕ ਦਿੱਤਾ ਹੈ। ਸਤਿਗੁਰ ਧੰਨ ਮੋਹਿ ਅਪਨਾਇਓ, ਆਖਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਧੰਨੋ ਪਾਤਸ਼ਾਹ, ਮੈਂ ਤੁਰਕ ਹਾਂ ਧਰਮ ਦਾ ਤੇ ਮੈਨੂੰ ਤੁਰਕ ਨੂੰ ਤੁਸੀਂ ਅਪਣਾਇਆ। ਕਿੱਡਾ ਵੱਡਾ ਗੁਰੂ ਨਾਨਕ ਪਾਤਸ਼ਾਹ ਦਾ ਦਰ ਹੈ। ਤੁਸੀਂ ਮੈਨੂੰ ਮਹਾਰਾਜ ਆਪਦੇ ਸਿੱਖਾਂ ਵਾਂਗੂ ਅਪਣਾਉਣਾ ਕੀਤਾ, ਆਪਦਾ ਬਣਾ ਲਿਆ ਹੈ। ਰੋਗ ਜਲੰਧਰ ਉਦਰ ਵਿਸਾਲਾ, ਤੇ ਮਹਾਰਾਜ ਨੂੰ ਫਿਰ ਇਹ ਦੱਸਣ ਲੱਗਿਆ ਵਜ਼ੀਰ ਖਾਂ, ਕਹਿੰਦਾ ਪਾਤਸ਼ਾਹ ਮੇਰੀ ਸ਼ਰਧਾ ਪਤਾ ਕਿਉਂ ਹੈ ਤੁਹਾਡੇ ਘਰ ਤੇ ਇੰਨੀ? ਮੈਨੂੰ ਜਲੋਧਰੇ ਦਾ ਰੋਗ ਸੀ ਕਿਸੇ ਸਮੇਂ, ਬੜੇ ਸਮੇਂ ਦਾ ਮੈਂ ਦੁਖੀ ਹੁੰਦਾ ਸਾਂ, ਪੀੜਾ ਦੇਤ ਮਹਾ ਸਭ ਕਾਲਾ। ਤੇ ਸਦਾ ਹੀ ਮੈਨੂੰ ਪੀੜ ਹੁੰਦੀ ਰਹਿੰਦੀ ਸੀ, ਪੇਟ 'ਚ ਪਾਣੀ ਭਰ ਜਾਂਦਾ ਸੀ ਤੇ ਅਫਰੇਵੇਂ ਦੇ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਸੀ। ਦਿਨ ਰਾਤ ਮੇਰਾ ਹਾਏ ਹਾਏ ਕਰਦਿਆਂ ਬਤੀਤ ਹੁੰਦਾ ਸੀ। ਪਰਿਓ ਸਦਨ ਬਿਲ ਲਾਵਤ ਰਹਾ, ਮੈਂ ਘਰ ਵਿੱਚ ਮੰਜੇ ਤੇ ਪਿਆ ਰਹਿੰਦਾ, ਹਾਏ 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 ਇਸ ਤਰ੍ਹਾਂ ਦਰਦ ਉੱਠਦੇ ਪੀੜਾ ਦੇ ਨਾਲ ਬਿੜਲਾਉਂਦਾ ਦੁਖੀ ਹੁੰਦਾ ਸਾਂ। ਹੋਤ ਵਿਖਾਦ ਸਕਲ ਹੀ ਸਹਾ, ਤੇ ਬੜਾ ਔਖਾ ਹੁੰਦਾ ਸੀ ਪੇਟ ਦੇ ਦੁੱਖ ਕਰਕੇ, ਰੋਗ ਕਰਕੇ, ਪਰ ਸਾਰੇ ਦੁੱਖ ਮਜਬੂਰੀ ਸੀ, ਸਹਿਣੇ ਪੈਂਦੇ ਸਨ। ਨਿਕਟ ਗਰੀ ਮਹਿ ਸਿੱਖ ਇੱਕ ਜਾਵਤ, ਤੇ ਬੜੀ ਦਵਾਈ ਦਾਰੂ ਕਰਵਾਇਆ ਕਿਸੇ ਵੈਦ ਤੋਂ ਵੀ, ਕੋਈ ਖਾਸ ਫਰਕ ਨਾ ਪਵੇ। 2-4 ਦਿਨ ਬਾਅਦ ਫਿਰ ਉਵੇਂ ਹੋ ਜਾਏ ਕਰੇ। ਇੱਕ ਦਿਨ ਮੈਂ ਘਰ ਵਿੱਚ ਪਿਆ ਹੋਇਆ, ਬਾਹਰਲੀ ਤਾਕੀ ਖੋਲ੍ਹੀ ਹੋਈ ਤੇ ਮਗਰ ਮੇਰੇ ਘਰ ਚੋਂ ਗਲੀ ਲੰਘਦੀ ਹੈ ਤੇ ਪਾਤਸ਼ਾਹ ਮੇਰੇ ਘਰ ਦੇ ਮਗਰੋਂ ਲੰਘਦੀ ਹੋਈ ਗਲੀ ਜਿਹੜੀ ਹੈ ਇਹਦੇ ਵਿੱਚੋਂ ਅੰਮ੍ਰਿਤ ਵੇਲੇ ਇੱਕ ਸਿੱਖ ਲੰਘਿਆ। ਉਹ ਵੇਖਿਆ ਮੈਂ, ਪਾਠ ਸੁਖਮਣੀ ਮੁਖਾ ਅਲਾਵਤ, ਤੇ ਉਹ ਤੁਰਿਆ ਜਾਵੇ ਇਸ਼ਨਾਨ ਕਰਨ ਵਾਸਤੇ ਤੇ ਸੁਖਮਣੀ ਸਾਹਿਬ ਦੀ ਬਾਣੀ ਅੰਮ੍ਰਿਤ ਵੇਲੇ ਤੜਕੇ ਹੀ ਪੜ੍ਹਦਾ ਜਾਂਦਾ ਸੀ। ਜਬ ਮਮ ਕਾਣ ਪਰੀ ਧੁਨ ਆਨ, ਉਹ ਜਦੋਂ ਲੰਘਿਆ ਘਰ ਦੀ ਤਾਕੀ ਦੇ ਕੋਲੋਂ ਦੀ ਪਿੱਛੋਂ ਘਰ ਦੇ, ਤੇ ਉਹਦੇ ਮੁਖੋਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ। ਤੋ ਇਹੋ ਜਿਹੇ ਬਚਨ ਮੇਰੇ ਕੰਨ ਵਿੱਚ ਪਏ ਸਨ। ਪੀਰਾ ਭਈ ਉਦਰ ਕੀ ਹਾਨ, ਕੰਨ ਵਿੱਚ ਉਹ ਸੁਖਮਣੀ ਸਾਹਿਬ ਦੀ ਬਾਣੀ ਪੈਂਦਿਆਂ ਸਾਰੀ ਮੇਰੇ ਅੰਦਰਲੀ ਜਿੰਨੀ ਪੀੜਾ ਸੀ ਸਾਰੀ ਨਾਸ਼ ਹੋ ਗਈ। ਐਨ ਇੱਕ ਵਾਰੀ ਸ਼ਾਂਤੀ ਆ ਗਈ, ਵੀ ਜਿਵੇਂ ਕੋਈ ਰੋਗ ਹੀ ਨਹੀਂ ਲੱਗਿਆ ਹੁੰਦਾ। ਸਿੱਖ ਇਸ਼ਨਾਨ ਹਿਤ ਗਇਓ ਅਗਾਰੀ, ਤੋ ਇਸ਼ਨਾਨ ਕਰਨ ਵਾਸਤੇ ਸਿੱਖਗਾਂ ਨਦੀ ਨੂੰ, ਟੋਭੇ ਨੂੰ ਲੰਘ ਗਿਆ। ਹੁਣ ਲੱਗੀ ਬਾਧਾ ਪੁਨ ਭਾਰੀ, ਜਦੋਂ ਉਹਦੀ ਆਵਾਜ਼ ਮੈਨੂੰ ਸੁਣਨੋਂ ਹਟ ਗਈ ਤੇ ਪੀੜਾ ਮੇਰੇ ਪੇਟ ਵਿੱਚ ਫੇਰ ਛਿੜ ਪਈ ਹੈ ਸੀ। ਕਿਤਕ ਬੇਰ ਮਹਿ ਸਿੱਖ ਪੁਨ ਆਇਓ, ਤੇ ਕੁਝ ਕੁ ਸਮਾਂ ਮੈਂ ਫਿਰ ਤੜਫਦਾ ਰਿਹਾ ਤੇ ਇਸ਼ਨਾਨ ਪਾਣ ਕਰਦਾ ਹੋਇਆ ਗੁਰੂ ਕਾ ਸਿੱਖ ਮਹਾਰਾਜ ਤੁਹਾਡਾ ਘਰ ਦਾ ਸੇਵਕ ਫੇਰ ਪੁਨः ਉੱਥੋਂ ਲੰਘਿਆ ਵਾਪਸ ਮੁੜਦਾ ਹੋਇਆ। ਪਾਠ ਸੁਖਮਨੀ ਮੋ ਸੁਨ ਪਾਇਓ, ਤੇ ਜਦੋਂ ਦੁਬਾਰਾ ਫੇਰ ਮੈਂ ਸੁਖਮਣੀ ਸਾਹਿਬ ਦੀਆਂ ਬਾਣੀ ਦੀਆਂ ਪੰਕਤੀਆਂ ਜਿਵੇਂ ਸਿੱਖ ਪੜ੍ਹਦਾ ਜਾਂਦਾ ਸੀ ਮੈਂ ਸੁਣੀਆਂ ਸਨ। ਬਾਹਰ ਭਇਓ ਸੁਖ ਹਿਰਦੇ ਵਿਚਾਰਾ, ਬੜਾ ਸੁਖ ਪ੍ਰਾਪਤ ਹੋਇਆ। ਜਦੋਂ ਬਾਣੀ ਸੁਣਦਾ ਸਾਂ ਉਦੋਂ ਰੋਗ ਬੰਦ ਹੋ ਜਾਇਆ ਕਰੇ, ਦਰਦ ਦੁੱਖ। ਤੇ ਮੈਂ ਮਨ ਵਿੱਚ ਫਿਰ ਇਸ ਤਰ੍ਹਾਂ ਵਿਚਾਰ ਕੀਤੀ ਸੀ, ਇਸ ਤੇ ਮਿਟਤ ਕਸ਼ਟ ਮਮ ਭਾਰਾ, ਵੀ ਇਹ ਸਿੱਖ ਕਿਹਦੀਆਂ ਕਲਮਾਂ ਪੜ੍ਹਦਾ ਪਿਆ ਜਿਹਦੇ ਨਾਲ ਮੇਰਾ ਐਡਾ ਭਾਰੀ ਦੁੱਖ, ਜਿਹਨੂੰ ਵੈਦ ਵੀ ਠੀਕ ਨਾ ਕਰ ਸਕੇ, ਇਹ ਕਲਮਾ ਆਵਾਜ਼ ਜਦੋਂ ਕੰਨ ਵਿੱਚ ਪੈਂਦੀ ਤੇ ਮੇਰਾ ਰੋਗ ਠੀਕ ਹੋ ਜਾਂਦਾ ਹੈ। ਇਤਨੇ ਮਹਿ ਸਿੱਖ ਜਬ ਚੱਲ ਗਇਓ, ਇੰਨੇ ਨੂੰ ਮੈਂ ਸੁਣਦਿਆਂ ਸੁਣਦਿਆਂ ਹੀ ਮੈਂ ਠੀਕ ਹੋਈ ਜਾਵਾਂ ਤੇ ਸਿੱਖ ਫੇਰ ਆਪਦੇ ਘਰ ਨੂੰ ਗਾਂਹ ਤੁਰਿਆ ਗਿਆ। ਤੁਨ ਕੋ ਸੁਣਤ ਨ ਮੈਂ ਪੁਨ ਭਇਓ, ਜਦੋਂ ਸਿੱਖ ਦੀ ਆਵਾਜ਼ ਬਾਣੀ ਪੜ੍ਹਦੇ ਦੀ ਮੇਰੇ ਕੰਨਾਂ 'ਚ ਪੈਣੋਂ ਹਟ ਗਈ ਤੇ ਮੈਨੂੰ ਦੁੱਖ ਫੇਰ ਸ਼ੁਰੂ ਹੋ ਗਿਆ, ਫਿਰ ਉਵੇਂ ਤਕਲੀਫ ਆਰੰਭ ਹੋ ਗਈ। ਬਾਧਾ ਅਧਿਕ ਬਧੀ ਤਬ ਮੇਰੇ, ਬਹੁਤ ਪੇਟ ਦੇ ਅੰਦਰ ਦੁੱਖ, ਬਹੁਤ ਭਾਰੀ ਰੋਗ ਕਲੇਸ਼ ਮਨ ਵਿੱਚ ਵਧਣਾ ਸ਼ੁਰੂ ਹੋ ਗਿਆ। ਜਾਨੀ ਮਹਿਮਾ ਮਨ ਤਿਸ ਬੇਰੇ, ਪਰ ਮੇਰੇ ਮਨ ਨੇ ਜਾਣ ਲਈ ਵੀ ਜਿਹੜੀਆਂ ਕਲਮਾਂ ਸਿੱਖ ਪੜ੍ਹਦਾ, ਮੈਨੂੰ ਨਹੀਂ ਸੀ ਪਤਾ ਵੀ ਇਹ ਕੀ ਪੜ੍ਹਦਾ, ਪਰ ਪਾਤਸ਼ਾਹ ਜਿਹੜੀਆਂ ਕਲਮਾਂ ਸਿੱਖ ਪੜ੍ਹਦਾ ਮੈਂ ਮਨ 'ਚ ਸੋਚਿਆ ਵੀ ਇਹਦੇ ਵਿੱਚ ਕੋਈ ਅਜ਼ਮਤ ਜ਼ਰੂਰ ਹੈ, ਇਹਨਾਂ ਕਲਮਾਂ ਵਿੱਚ ਜ਼ਰੂਰ ਕੋਈ ਕਰਾਮਾਤ ਹੈ। ਜਦੋਂ ਸੁਣਦਾ
ਉਦੋਂ ਰੋਗ ਠੀਕ ਹੋ ਜਾਂਦਾ ਹੈ। ਜਦੋਂ ਸਿੱਖ ਗਾਂਹ ਲੰਘ ਗਿਆ ਤੇ ਪੀੜਾ ਫਿਰ ਸ਼ੁਰੂ ਹੋ ਗਈ। ਮੈਂ ਮਨ ਕਰਕੇ ਜਾਣ ਗਿਆ ਵੀ ਇਹ ਸਿੱਖ ਜਿਹੜੀਆਂ ਕਲਮਾਂ ਜਿਹਦੀਆਂ ਵੀ ਪੜ੍ਹਦਾ ਉਹਦੇ ਵਿੱਚ ਸ਼ਕਤੀ ਜ਼ਰੂਰ ਹੈ। ਪਠ ਕਰ ਨਰਕੋ ਸੋ ਬੁਲਵਾਇਓ। ਤੇ ਫਿਰ ਮੈਂ ਆਪਦਾ ਇੱਕ ਸੇਵਕ ਭੇਜ ਕੇ ਤੇ ਉਸ ਸਿੱਖ ਨੂੰ ਆਪਣੇ ਘਰ ਸੱਦ ਲਿਆ। ਜਬ ਗੁਰ ਸਿੱਖ ਨਿਕਟ ਚੱਲ ਆਇਓ। ਸਿੱਖ ਜਦੋਂ ਫੇਰ ਅੰਮ੍ਰਿਤ ਵੇਲੇ ਮੇਰੇ ਪਾਸ ਚੱਲ ਕੇ ਆਇਆ, ਸਰਬ ਬ੍ਰਿਤਾਂਤ ਬੂਝ ਕਰ ਰਾਖਾ। ਤੇ ਮੈਂ ਸਾਰਾ ਉਹਨੂੰ ਪੁੱਛ ਲਿਆ ਵੀ ਇਹ ਕੀ ਹੈ, ਪੜ੍ਹਦਾ ਕੀ ਹੈ ਤੂੰ? ਉਹਨੇ ਦੱਸਿਆ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮੁਖਾਰ ਬਿੰਦ ਚੋਂ ਉਚਾਰੀ ਹੋਈ ਪਵਿੱਤਰ ਗੁਰੂ ਬਾਣੀ ਸੁਖਮਣੀ ਸਾਹਿਬ ਦੀ ਉਹ ਪੜ੍ਹਦਾ ਮੈਂ। ਇਹਨੇ ਫਿਰ ਇਹ ਵਜ਼ੀਰ ਖਾਂ ਕਹਿੰਦਾ ਮੈਂ ਉਹਨੂੰ ਸਾਰਾ ਬਿਰਤਾਂਤ ਪੁੱਛ ਕੇ ਉਹਨੂੰ ਆਖਿਆ ਲੈ ਬਹਿ ਜਾ ਇੱਥੇ ਮੇਰੇ ਪਾਸ। ਆਪਦੇ ਘਰ ਵਿੱਚ ਰੱਖ ਲਿਆ ਸਿੱਖ ਨੂੰ ਮੈਂ। ਪਾਠ ਸੁਖਮਨੀ ਥਿਤ ਹੋਵੈ ਭਾਖਾ। ਤੇ ਮੈਂ ਉਹਨੂੰ ਆਖਿਆ ਮੈਨੂੰ ਸਾਰਾ ਇਹ ਜਿਹੜੀ ਕਲਮਾਂ ਤੂੰ ਪੜ੍ਹਦਾ ਹੈ ਸੁਖਮਣੀ ਸਾਹਿਬ ਉਹ ਸੁਣਾ। ਤੋ ਪਾਤਸ਼ਾਹ ਉਹ ਸਿੱਖ ਨੇ ਮੈਨੂੰ ਸਾਰੀ ਸੁਖਮਣੀ ਸਾਹਿਬ ਦੀ ਬਾਣੀ ਮੇਰੇ ਸਿਰਾਣੇ ਪਾਸ ਬੈਠ ਕੇ ਬੜੇ ਪ੍ਰੇਮ ਨਾਲ ਸੁਣਾਉਣਾ ਕੀਤੀ। ਜਬ ਲਾ ਸੁਣਿਓ ਨਾ ਪੀਰਾ ਭਈ। ਸੱਚ ਜਾਣੋ ਪਾਤਸ਼ਾਹ ਜੀ, ਜਿੰਨਾ ਸਮਾਂ ਮੈਂ ਸੁਣਦਾ ਰਿਹਾ ਸੁਖਮਣੀ ਸਾਹਿਬ ਦੀ ਬਾਣੀ ਉਹਨਾਂ ਸਮਾਂ ਮੈਨੂੰ ਪੀੜ ਨਾ ਹੋਵੇ। ਉਹ ਕਈ ਰੋਗ ਹੀ ਨਾ ਹੈ ਹੀ ਲੱਗਦਾ ਹੀ ਨਹੀਂ ਜਿਵੇਂ ਮੇਰੇ ਅੰਦਰ ਕੋਈ ਰੋਗ ਹੋਵੇ, ਬਿਲਕੁਲ ਦਰੁਸਤ ਹੋ ਜਾਂਦਾ ਰਿਹਾ। ਹਟੇ ਪਾਠ ਪੁਨਤੈ ਸੇਥੀ। ਤੇ ਜਦੋਂ ਪੂਰੀ ਹੋ ਗਈ ਗੁਰਬਾਣੀ ਭੋਗ ਪੈ ਗਿਆ, ਪੜ੍ਹ ਦਿੱਤਾ ਸਾਰਾ ਸੁਖਮਣੀ ਸਾਹਿਬ ਸਿੱਖ ਨੇ, ਤੇ ਪੁਨ੍ਹਾ ਫੇਰ ਮੇਰੇ ਉਸੇ ਤਰ੍ਹਾਂ ਹੀ ਰੋਗ ਉੱਠ ਖੜਾ ਹੋਇਆ, ਪੀੜਾ ਆਰੰਭ ਹੋ ਗਈ ਸੀ। ਤਬ ਮੈਂ ਸਿੱਖ ਅਪਰ ਢਿਗ ਰਾਖੇ। ਫਿਰ ਉਹ ਸਿੱਖ ਤਾਂ ਕੋਈ ਕੰਮਕਾਰ ਕਰਨ ਵਾਲਾ ਸੀ, ਫਿਰ ਮੈਂ ਤਨਖਾਹ ਦੇ ਕੇ ਖੁੱਲੀ ਮਾਇਆ ਦੇ ਕੇ ਨਾ ਵੀ ਤੂੰ ਜਿੰਨੀ ਮਾਇਆ ਲਵੇਂ ਸਿੱਖਾ ਲੈ ਲਾ, ਪਰ ਮੈਨੂੰ ਸੁਖਮਣੀ ਸਾਹਿਬ ਦੀ ਬਾਣੀ ਸੁਣਾਈ ਜਾਇਆ ਕਰ। ਤੋ ਮੈਂ ਬਹੁਤ ਮਾਇਆ ਨਾਲ ਨਵਾਜ ਕੇ ਸਿੱਖ ਨੂੰ ਬੜੇ ਪ੍ਰੇਮ ਦੇ ਨਾਲ ਤੇ ਆਪਦੇ ਪਾਸ ਇੱਕ ਪੱਕਾ ਹੀ ਸਿੱਖ ਮੈਂ ਰੱਖ ਲੈਣਾ ਕੀਤਾ। ਨਿਸ ਦਿਨ ਪਾਠ ਸੁਖਮਨੀ ਭਾਖੇ। ਤੇ ਉਹ ਜਿਹੜਾ ਸਿੱਖ ਸੀ ਦਿਨ ਰਾਤ ਮੈਨੂੰ ਸੁਖਮਣੀ ਸਾਹਿਬ ਦੀ ਬਾਣੀ ਸੁਣਾਉਂਦਾ ਸੀ। ਉਹਨੇ ਦਿਨੇ ਵੀ ਪਾਠ ਜਦੋਂ ਦਰਦ ਹੋਣੀ ਸੁਣਾਉਣਾ, ਰਾਤ ਵੀ। ਤੋ ਦਿਨ ਰਾਤ ਮੈਂ ਆਪਦੇ ਪਾਸ ਇੱਕ ਸਿੱਖ ਨੂੰ ਮਾਇਆ ਦੇ ਕੇ ਰੱਖ ਕੇ ਤੇ ਉਹਦੇ ਤੋਂ ਸੁਖਮਣੀ ਸਾਹਿਬ ਦੀ ਬਾਣੀ ਸੁਣਦਾ ਰਿਹਾ। ਮਾਨਿਓ ਗੁਰ ਹਿਤ ਕਰਨ ਕਰਾਹੋ। ਤੇ ਮੈਂ ਮਨ ਚ ਵਿਚਾਰਿਆ ਵੀ ਪਾਤਸ਼ਾਹ ਕਿਤੇ ਮੇਰਾ ਰੋਗ ਠੀਕ ਹੋ ਜਾਵੇ ਤੇ ਮੈਂ ਜਿੱਥੇ ਤੇਰਾ ਵਾਸਾ ਹੈ ਅੰਮ੍ਰਿਤਸਰ ਸਾਹਿਬ ਉੱਥੇ ਪਹੁੰਚ ਕੇ ਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰਵਾਵਾਂਗਾ। ਸੁਣਤ ਸੁਣਤ ਭਾ ਸਭ ਰੁਜਦਾਹ। ਤੋ ਇਹੋ ਜੀ ਕਲਾ ਵਰਤੀ ਗੁਰੂ ਹਰਗੋਬਿੰਦ ਸਾਹਿਬ ਜੀ। ਬਾਣੀ ਸੁਣਦਿਆਂ ਸੁਣਦਿਆਂ ਇੱਕ ਦਿਨ, 2 ਦਿਨ, 4 ਦਿਨ, ਕੋਈ ਮਹੀਨਾ, ਸਵਾ ਮਹੀਨਾ ਮੈਂ ਸੁਖਮਣੀ ਸਾਹਿਬ ਦੀ ਬਾਣੀ ਸੁਣੀ ਤੇ ਮੇਰਾ ਸਾਰਾ ਰੋਗ ਜਿਹੜਾ ਬਿਲਕੁਲ ਦਗਧ ਹੋ ਗਿਆ, ਐਨ ਤੰਦਰੁਸਤ ਤਿਆਰ ਬਰ ਤਿਆਰ ਮੇਰਾ ਸਰੀਰ ਹੋ ਗਿਆ ਸੀ। ਕਿਤਕ ਦਇਓ ਸਮਹਿ ਭਇਓ ਆਰਾਮ। ਵੀ ਕੁਝ ਕੁ ਦਿਨਾਂ ਦੇ ਵਿੱਚ ਹੀ ਮੈਨੂੰ ਬਿਲਕੁਲ ਉਸ ਰੋਗ ਜਲੋਧਰੇ ਤੋਂ ਆਰਾਮ ਆ ਗਿਆ, ਜਿਹੜੇ ਰੋਗ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ, ਸਾਰੇ ਵੈਦਾਂ ਜਵਾਬ ਦਿੱਤਾ ਹੋਇਆ ਸੀ। ਕਰ ਇਸ਼ਨਾਨ ਰੁਜ ਗਏ ਤਮਾਮ। ਫਿਰ ਮੈਂ ਇੱਕ ਵਾਰੀ ਆ ਕੇ ਅੰਮ੍ਰਿਤਸਰ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ। ਇੱਥੇ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਤੋ ਇਸ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮੇਰੇ ਰਹਿੰਦੇ ਰੋਗ ਵੀ ਜਿਹੜੇ ਸਾਰੇ ਨਾਸ਼ ਹੋ ਗਏ ਸਨ। ਵੱਡੇ ਗੁਰਨ ਢਿਗ ਮੈਂ ਤਬ ਆਇਓ। ਤੇ ਫਿਰ ਇੱਥੇ ਇਸ਼ਨਾਨ ਕਰਕੇ ਅੰਮ੍ਰਿਤ ਸਰੋਵਰ ਵਿੱਚ ਫਿਰ ਤੁਹਾਡੇ ਵੱਡੇ ਗੁਰੂ ਸਾਹਿਬ ਭਾਵ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਇਹਨਾਂ ਦੇ ਪਾਸ ਮੈਂ ਚੱਲ ਕੇ ਆਇਆ। ਸਕਲ ਬਿਨੈ ਭਨ ਸੀਸ ਨਿਵਾਇਓ। ਤੇ ਸਾਰੀ ਮੈਂ ਬੇਨਤੀ ਕੀਤੀ ਵੀ ਮਹਾਰਾਜ ਮੇਰਾ ਰੋਗ ਤੁਹਾਡੀ ਗੁਰਬਾਣੀ ਨੇ ਕੱਟਿਆ, ਪਾਤਸ਼ਾਹ ਮੇਰੇ ਤੇ ਮਿਹਰ ਰੱਖਣਾ, ਗਾਂ ਵੀ ਹੱਥ ਬਣਾ ਕੇ ਰੱਖਣਾ। ਤੋ ਸੱਚੇ ਪਾਤਸ਼ਾਹ ਦੇ ਮੈਂ ਚਰਨਾਂ ਤੇ ਸੀਸ ਨਵਾਇਆ, ਬੇਨਤੀਆਂ ਕੀਤੀਆਂ, ਬੜੀ ਸਿਫਤ ਗਾਈ ਸੀ। ਔਰ ਸ਼ਰਧਾ ਲਖ ਕੈ ਸਿੱਖ ਕੀਨੋ। ਤੇ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਮੇਰੇ ਹਿਰਦੇ ਦੀ ਸ਼ਰਧਾ ਜਾਣ ਕੇ, ਪ੍ਰੇਮ ਜਾਣ ਕੇ, ਭਰੋਸਾ ਜਾਣ ਕੇ ਵੀ ਇੱਕ ਮੁਸਲਮਾਨ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਇੰਨੀ ਸ਼ਰਧਾ ਰੱਖਦਾ ਤੇ ਮੈਨੂੰ ਆਪਦੀ ਸਿੱਖੀ ਬਖਸ਼ ਦਿੱਤੀ ਸੀ ਪਾਤਸ਼ਾਹ ਮਹਾਰਾਜ ਨੇ। ਲਿਓ ਅਲੰਬ ਭਇਓ ਰੁਜਹੀਨੋ। ਤੋ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਘਰ ਦਾ ਆਸਰਾ ਲੈ ਕੇ ਇੱਕ ਮੁਸਲਮਾਨ ਦਾ ਰੋਗ ਠੀਕ ਹੋਇਆ। ਤੋ ਸਿੱਖਾਂ ਦੀ ਤਾਂ ਗੱਲਬਾਤ ਹੀ ਕਿਹਾ ਹੈ। ਤੋ ਪਾਤਸ਼ਾਹ ਤੁਹਾਡੇ ਘਰ ਦਾ ਆਸਰਾ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਵਜ਼ੀਰ ਖਾਂ ਖੜਾ ਹੈ, ਇਸ ਮੁਸਲਮਾਨ ਦਾ ਵੱਡਾ ਰੋਗ ਠੀਕ ਹੋਇਆ ਹੈ। ਇਮਮੋ ਕਹ ਗੁਰ ਤੇ ਸੁਖਦਾਈ। ਗੁਰ ਭੇ ਸੁਖਦਾਈ। ਮਹਾਰਾਜ ਤੁਹਾਡਾ ਘਰ ਮੇਰੇ ਵਾਸਤੇ ਸਦਾ ਹੀ ਸੁਖ ਦੇਣ ਵਾਲਾ। ਮੈਨੂੰ
ਤੁਹਾਡੇ ਘਰ ਨੇ ਬੜੇ ਸੁਖ ਦਿੱਤੇ ਹਨ। ਰੋਗ ਸੋਗ ਤੇ ਲੀਨ ਬਚਾਈ। ਰੋਗਾਂ ਤੇ ਸੋਗਾਂ ਤੋਂ ਮੇਰੇ ਘਰ ਵਿੱਚ ਵੀ ਖੁਸ਼ੀਆਂ ਖੇੜੇ ਬੱਚੇ ਖੇਡਦੇ ਆ, ਪਰਿਵਾਰ ਸੇਵਾ ਕਰਨ ਵਾਲਾ ਹੈ। ਤੋ ਪਾਤਸ਼ਾਹ ਜੀ ਰੋਗ ਵੀ ਨਾਸ਼ ਹੋ ਗਏ ਤੇ ਘਰ ਦੇ ਸੋਗਾਂ ਤੋਂ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਚਾ ਕੇ ਰੱਖਿਆ ਹੈ। ਤਬ ਕੋ ਮੈਂ ਸਿਖ ਰਾਵਰ ਘਰ ਕੋ। ਤੇ ਉਸ ਦਿਨ ਤੋਂ ਲੈ ਕੇ ਮੈਂ ਤੁਹਾਡੇ ਘਰ ਦੀ ਸਿੱਖੀ ਧਾਰਨ ਕੀਤੀ ਹੋਈ ਵੈ। ਅਪਰਨ ਪ੍ਰਿਯਤਮ ਤੇ ਮਮ ਉਰ ਕੋ। ਤੇ ਮਹਾਰਾਜ ਸੱਚ ਜਾਣੋ ਮੈਂ ਤੁਹਾਨੂੰ ਲੈਣ ਆਇਆ। ਜੇ ਉੱਥੇ ਕੋਈ ਗੱਲ ਬਣੀ ਤੇ ਵਜ਼ੀਰ ਖਾਂ ਉਹਦੀ ਜਾਨ ਦੇ ਦੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਤੋਂ ਪਿਆਰਾ ਮੈਨੂੰ ਸੰਸਾਰ ਤੇ ਹੋਰ ਕੋਈ ਨਹੀਂ ਹੈ। ਮੁਝ ਤੇ ਸੇਵਾ ਬਣੀ ਨ ਕੋਈ। ਪਰ ਅਫਸੋਸ ਦੀ ਗੱਲ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮੇਰੇ ਤੇ ਬੜੀ ਵੱਡੀ ਮਿਹਰ ਕੀਤੀ, ਪਰ ਮੇਥੋਂ ਉਹਨਾਂ ਦੀ ਕੋਈ ਸੇਵਾ ਨਾ ਬਣ ਸਕੀ। ਕ੍ਰਿਤ ਅਚਾਨਕ ਲਵਪੁਰ ਹੋਈ। ਮੈਂ ਸੋਚਦਾ ਸੀ ਮੈਂ ਕੁਝ ਸਮਾਂ ਮਹਾਰਾਜ ਦੇ ਘਰ ਰਹਿ ਕੇ ਸੇਵਾ ਕਰਾਂਗਾ, ਪਰ ਉਹਨੇ ਨੂੰ ਚੰਦੂ ਦੇ ਕਰਤੂਤਾਂ ਕਰਕੇ ਅਚਾਨਕ ਹੀ ਮਹਾਰਾਜ ਦੀ ਸ਼ਹੀਦੀ ਲਾਹੌਰ ਵਿੱਚ ਹੋ ਗਈ ਸੀ। ਸ਼ਾਹੋ ਸੰਗ ਚੜ੍ਹ ਕਰ ਚੱਲ ਗਏ। ਤੇ ਮਹਾਰਾਜ ਮੈਨੂੰ ਨਹੀਂ ਪਤਾ ਸੀ ਤੇ ਚੰਦੂ ਨੇ ਮਹਾਰਾਜ ਨੂੰ ਇਹ ਕਹਿ ਕੇ ਹਵੇਲੀ 'ਚ ਰੱਖ ਲਿਆ ਵੀ ਮੈਂ 5-7 ਦਿਨ ਇਹਨਾਂ ਦੀ ਸੇਵਾ ਕਰਨੀ ਹੈ। ਤੇ ਮੈਂ ਬਾਦਸ਼ਾਹ ਜਹਾਂਗੀਰ ਦੇ ਨਾਲ ਚੜ੍ਹ ਕੇ ਇੱਥੋਂ ਲਾਹੌਰੋਂ ਦਿੱਲੀ ਨੂੰ ਚਲ ਗਿਆ ਸਾਂ। ਕਿਸ ਤੇ ਸੁਧ ਨਹਿ ਸੁਨਤੇ ਭਏ। ਤੇ ਰਾਹ ਵਿੱਚ ਹੁਣ ਸਾਨੂੰ ਕਿੱਥੋਂ ਪਤਾ ਲੱਗਣਾ ਸੀ ਵੀ ਚੰਦੂ ਕੀ ਕਰੀ ਜਾਂਦਾ ਹੈ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਨਾ ਮਿਲ ਸਕੀ। ਜਿਮ ਰਾਵਰ ਕੇ ਪਿਤਾ ਮਹਾਨ। ਜਿਵੇਂ ਆਪ ਜੀ ਕੇ ਮਹਾਨ ਸੂਰਬੀਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਿਤਾ ਸ਼੍ਰੀ ਗਣ ਤੁਰਕਣ ਮਹਿ ਮੁਝ ਸੁਖਦਾਨ। ਸਾਰੇ ਤੁਰਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਨੇ ਮੈਨੂੰ ਬੜਾ ਸੁਖ ਦਿੱਤਾ। ਮੈਂ ਤੁਰਕ ਸਾਂ ਤੇ ਫੇਰ ਵੀ ਮਹਾਰਾਜ ਨੇ ਮੇਰੀ ਲਾਜ ਪਤ ਰੱਖੀ, ਮੈਨੂੰ ਬੇਅੰਤ ਦਾਤਾਂ ਬਖਸ਼ੀਆਂ ਸਨ। ਤਿਮ ਅਬ ਕਿਰਪਾ ਆਪ ਕਰ ਦੀਨੀ। ਮਹਾਰਾਜ ਜਿਵੇਂ ਤੁਹਾਡੇ ਪਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਤੁਰਕ ਤੇ ਮੇਰੇ ਤੇ ਕਿਰਪਾ ਬਣਾ ਕੇ ਰੱਖੀ ਹੈ, ਹੁਣ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਆਪ ਦੀਆਂ ਮੇਰੇ ਤੇ ਮਿਹਰ ਕਰ ਦਿੱਤੀ ਹੈ, ਮੇਰੇ ਆਏ ਦਾ ਮੁੱਲ ਪਾ ਦਿੱਤਾ ਹੈ। ਸਫਲੀ ਮੋਹਿ ਬਸੀਠੀ ਕੀਨੀ। ਮਹਾਰਾਜ ਮੇਰੀ ਵਿਚੋਲਗੀ ਤੁਸੀਂ ਸਫਲੀ ਕਰ ਦਿੱਤੀ ਹੈ। ਬਾਦਸ਼ਾਹ ਤੇ ਤੁਹਾਡੇ ਵਿੱਚ ਜੋ ਤਕਰਾਰ ਹੈ ਉਹਦੇ ਵਿੱਚ ਮੇਰੀ ਵਿਚੋਲਗੀ ਤੁਸੀਂ ਸਫਲੀ ਕਰ ਦਿੱਤੀ ਆ। ਇਤਿਹਾਸ ਵਿੱਚ ਮੇਰੇ ਵਰਗੇ ਵਜ਼ੀਰ ਖਾਂ ਤੁੱਛ ਮੱਤ ਵਾਲੇ ਦਾ ਨਾਂ ਦਰਜ ਹੋ ਜਾਏਗਾ ਵੀ ਜਦੋਂ ਵੀ ਗੱਲ ਚੱਲਿਆ ਕਰੇਗੀ ਤੇ ਲੋਕ ਆਖਿਆ ਕਰਨਗੇ ਵੀ ਬਾਦਸ਼ਾਹ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਚਾਲੇ ਵਜ਼ੀਰ ਖਾਂ ਨੇ ਵਿਚੋਲਗੀ ਕੀਤੀ। ਮਹਾਰਾਜ ਮੇਰੀ ਵਿਚੋਲਗੀ ਕੀਤੀ ਤੁਸਾਂ ਨੇ ਸਫਲ ਕਰ ਦਿੱਤੀ ਹੈ। ਜਨ ਪ੍ਰੇਮੀ ਕੇ ਆਪ ਅਧੀਨ। ਮਹਾਰਾਜ ਆਪ ਦੇ ਸਿੱਖਾਂ ਸੇਵਕਾਂ ਦੇ ਜਿਹੜੇ ਤੁਹਾਨੂੰ ਪ੍ਰੇਮ ਕਰਦੇ ਆ ਉਹਨਾਂ ਦੇ ਅਨੁਸਾਰ ਹੋ ਮਹਾਰਾਜ, ਉਹਨਾਂ ਦੇ ਅਧੀਨ ਹੋ ਆਪ ਜੀ। ਕਰੁਣਾ ਕਰਹ ਜਾਣ ਕਰ ਦੀਨ। ਆਪ ਦੀਨ ਜਾਣ ਕੇ, ਕਿਸੇ ਨੂੰ ਨੀਵਾਂ ਜਾਣ ਕੇ, ਪ੍ਰੇਮ ਜਾਣ ਕੇ ਉਹਦਾ ਬੜੀ ਕਿਰਪਾ ਕਰਨ ਵਾਲੇ ਹੋ। ਬਿਰਧ ਗਰੀਬ ਨਿਵਾਜ ਤੁਮਾਰਾ। ਤੁਹਾਡਾ ਧਰਮ ਹੈ ਵੀ ਤੁਸੀਂ ਗਰੀਬਾਂ ਨੂੰ ਨਵਾਜ ਦਿਓ, ਹਮੇਸ਼ਾ ਗਰੀਬਾਂ ਨੂੰ ਗਲ ਨਾਲ ਲਾਉਣ ਵਾਲੇ ਹੋ ਸੱਚੇ ਪਾਤਸ਼ਾਹ, ਗਰੀਬ ਨਵਾਜ। ਗਮਨ ਮਤੋ ਕੀ ਸੋ ਸੰਭਾਰਾ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜਿਹੜਾ ਗਰਮਨ ਚਾਲੇ ਦਾ ਮਤਾ ਹੈ ਨਾ ਦਿੱਲੀ ਨੂੰ, ਉਹ ਆਪ ਦੀਆਂ ਜੇ ਸਲਾਹ ਕਰ ਲਈ ਹੈ, ਚਲੋ ਸਾਨੂੰ ਹਾਂ ਕਰ ਦਿੱਤੀ ਹੈ, ਤੇ ਉਦੋਂ ਆਪ ਦੀਆਂ ਬਿਰਦ ਸੰਭਾਲ ਲਿਆ। ਉਹਦਾ ਜਿਹੜਾ ਬਿਰਦ ਸੀ ਤੁਹਾਡਾ ਜੋ ਸਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ, ਗਰੀਬਾਂ ਨੂੰ ਨਵਾਜਣ ਵਾਲਾ ਤੁਸਾਂ ਬਿਰਦ ਸਾਂਭਿਆ। ਮੇਰੇ ਵਰਗੇ ਗਰੀਬ ਦੀ ਬਚਨ ਮੰਨ ਕੇ ਮੈਨੂੰ ਨਵਾਜਣਾ ਕੀਤਾ ਹੈ। ਤਬ ਸਤ ਗੁਰ ਕਰ ਖੁਸ਼ੀ ਵਿਸਾਲੀ। ਉਹ ਕਵੀ ਜੀ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਵਜ਼ੀਰ ਖਾਂ ਤੇ ਡਾਢੀ ਖੁਸ਼ੀ ਕੀਤੀ ਹੈ। ਕਹਿਓ ਭਿਆਨ ਮਹੂਰਤ ਕਾਲੀ। ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪਾਂ ਵਜ਼ੀਰ ਖਾਂ ਜਾਵਾਂਗੇ, ਕੱਲ ਜਾਵਾਂਗੇ, ਤੋ ਕੱਲ ਨੂੰ ਆਪਾਂ ਗੁਰੂ ਰਾਮਦਾਸ ਮਹਾਰਾਜ ਦਇਆ ਕਰਨ ਵੀ ਘੜੀ ਕੁ ਚੱਲਾਂਗੇ, ਭਾਵ ਥੋੜਾ ਜਿਹਾ ਪੈਂਡਾ ਆਪਾਂ ਕੱਲ ਤੈਅ ਕਰ ਲਵਾਂਗੇ। ਜੁਗ ਕੋਸਣ ਪਰ ਹੋਏ ਹੈ ਡੇਰਾ। ਇੱਥੋਂ ਇੱਕ ਵਾਰੀ ਤੁਰ ਪਵਾਂਗੇ ਤੇ 2 ਕੋਹ ਤੇ ਜਾ ਕੇ ਅੰਮ੍ਰਿਤਸਰ ਦੇ ਬਾਹਰ ਡੇਰਾ ਲਾ ਲੈਣਾ ਹੈ। ਪੁਨ ਬਹੁ ਗਮਨ ਹੈ ਅਗਲ ਸਵੇਰਾ। ਤੇ ਬਾਕੀ ਬਹੁਤਾ ਜਿਹੜਾ ਪੈਂਡਾ ਆਪਾਂ ਪਰਸੋਂ ਤੈਅ ਕਰਾਂਗੇ ਅੰਮ੍ਰਿਤ ਵੇਲੇ ਚੱਲ ਕਰਕੇ। ਸੁਭਟ ਆਦ ਮਾਨਵ ਜੇ ਸਾਰੇ। ਤੋ ਇਹ ਬਚਨ ਵਜ਼ੀਰ ਖਾਂ ਨੂੰ ਮਹਾਰਾਜ ਨੇ ਕਹੇ, ਤੇ ਜਿੰਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕੋਈ ਸਿੱਖ ਸੂਰਮੇ ਸਨ, ਜਰਨੈਲ ਸਨ, ਜਿੰਨੇ ਤਿਆਰ ਬਰ ਤਿਆਰ ਸਿੱਖ ਸ਼ਾਸਤਰ ਧਾਰੀ ਸਨਗੇ, ਤਿਆਰੀ ਕਰਨੀ ਗੁਰੂ ਉਚਾਰੇ। ਗਰੀਬ ਨਵਾਜ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਐਲਾਨ ਕਰ ਦਿੱਤਾ, ਭਾਈ ਗੁਰਮੁਖੋ
ਤਿਆਰੀ ਕਰ ਲਓ, ਆਪਾਂ ਕੱਲ ਨੂੰ ਦਿੱਲੀ ਨੂੰ ਚਾਲਾ ਪਾਉਣਾ ਹੈ। ਘੋੜੇ ਕੱਸ ਲਓ ਭਾਈ, ਆਪਦੇ ਸ਼ਸਤਰ ਬਸਤਰ ਸਾਂਭ ਲਏ ਜਾਣ। ਸੁਣ ਸਭ ਹਿਨ ਕੈ ਭਾ ਉਤਸਾਹੂ। ਹੁਣ ਸਿੱਖ ਦਿੱਲੀ ਨੂੰ ਚੱਲੇ ਐ, ਤਿਆਰ ਬਰ ਤਿਆਰ ਹੋ ਕੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਮਾਂਡ ਹੇਠ ਵੱਡੀ ਸੈਨਾ ਬਣ ਕੇ ਸਿੱਖਾਂ ਨੇ ਜਾਣਾ ਹੈ। ਖੁਸ਼ੀ ਦੀ ਹੱਦ ਨਾ ਰਹੀ, ਸਿੱਖਾਂ ਦੇ ਮਨ ਵਿੱਚ ਬੜਾ ਪ੍ਰੇਮ ਉਤਸ਼ਾਹ ਤੇ ਖੁਸ਼ੀਆਂ ਹੋ ਰਹੀਆਂ ਹਨ। ਸ਼ਸਤਰ ਬਸਤਰ ਸਜ ਹਿਰਦੇ ਉਮਾਹੂ। ਸਿੱਖਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਵੀ ਹੁਣ ਅੱਗੇ ਇੰਨਾ ਚਿਰ ਇੱਥੇ ਜੰਗਲ 'ਚ ਹੀ ਅੰਮ੍ਰਿਤਸਰੀ ਸ਼ਿਕਾਰ ਖੇਡਦੇ ਰਹੇ ਆ, ਅੱਜ ਪੰਜਾਬ ਦੇਸ਼ ਤੋਂ ਬਾਹਰ ਜਾ ਕੇ ਤੇ ਚੰਦੂ ਵਰਗੇ ਕੁੱਤੇ ਦਾ ਸ਼ਿਕਾਰ ਖੇਡਣ ਦਾ ਭਾਗ ਮਿਲਣਾ। ਸਿੱਖਾਂ ਨੇ ਬੜੀ ਖੁਸ਼ੀ ਕੀਤੀ ਵੀ ਮਹਾਰਾਜ ਸਤ ਬਚਨ, ਵੱਡੇ ਭਾਗ ਸਾਡੇ ਪਾਤਸ਼ਾਹ ਜੀ, ਤੁਹਾਡੀ ਹਜ਼ੂਰੀ ਵਿੱਚ ਸਾਨੂੰ ਵੀ ਕਿਤੇ ਆਪਣੇ ਹੱਥ ਵਿਖਾਉਣ ਦਾ ਸਮਾਂ ਮਿਲੇਗਾ। ਅਭਿਆਸ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ। ਤੋ ਸਿੱਖਾਂ ਨੇ ਆਪਦੇ ਸ਼ਸਤਰ ਬਸਤਰ ਕੱਸ ਲਏ ਹੈ, ਘੋੜੇ ਤਿਆਰ ਬਰ ਤਿਆਰ ਕਰ ਲਏ ਹੈ। ਜਿੰਨੀ ਕੁ ਰਸਤ ਪਾਣੀ ਚਾਹੀਦਾ ਸਾਰਾ ਬੰਨ੍ਹਣਾ ਰਾਤੋਂ ਰਾਤ ਆਰੰਭ ਕਰ ਦਿੱਤਾ ਤੇ ਤਿਆਰਾ ਕਰ ਲਿਆ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਤੁਰੇ। ਸਾਧ ਸੰਗਤ ਜੀ 2 ਕੁ ਕੋਹ ਤੇ ਮਹਾਰਾਜ ਨੇ ਜਾ ਡੇਰਾ ਕੀਤਾ ਵਾਰ-ਵਾਰ। ਉਸ ਤੋਂ ਬਾਅਦ ਜਿਵੇਂ ਫਿਰ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲਦੇ ਜਾਂਦੇ ਆ ਦਿੱਲੀ ਨੂੰ, ਸੰਗਤਾਂ ਨੂੰ ਤਾਰਦੇ ਹੋਏ ਮਹਾਰਾਜ, ਉਹ ਸਾਰਾ ਪ੍ਰਸੰਗ ਆਪਾਂ ਅਗਲੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਾਂਗੇ। ਇੱਥੇ ਭਾਈ ਸਮਾਪਤੀ ਹੋਈਆਂ। ਭੁੱਲਾਂ ਦੀ ਖਿਮਾ ਜੀ। ਪਾਤਸ਼ਾਹ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨ। ਬਖਸ਼ਣ ਯੋਗ ਸਤਿਗੁਰੂ ਬਖਸ਼ ਲੈਣੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੁਭਟ ਆਦ ਮਾਨਵ ਜੇ ਸਾਰੇ, ਤਿਆਰੀ ਕਰਨੀ ਗੁਰੂ ਉਚਾਰੇ। ਸੁਣ ਸਭ ਹਿਨ ਕੈ ਭਾ ਉਤਸਾਹੂ, ਸ਼ਸਤਰ ਬਸਤਰ ਸਜ ਹਿਰਦੇ ਉਮਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।